ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਸਮਾਂ ਦੇਣ ਵਾਸਤੇ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਆਪ ਸਾਰੇ ਠੀਕ ਠਾਕ ਹੋ ਗਏ ਆਪਣੇ ਆਪਣੇ ਸ਼ਹਿਰ, ਆਪਣੇ ਆਪਣੇ ਪਿੰਡ, ਆਪਣੇ ਆਪਣੇ ਮੁਲਕ ਦੇ ਵਿੱਚ। ਇਹ ਸਭ ਤੋਂ ਉੱਤਮ ਸੇਵਾ ਹੈ ਜਿਹੜਾ ਸਮਾਂ ਦੇਣਾ। ਅੱਜ ਕੱਲ ਜਿਹੜੀ ਦੇਖਣ ਵਾਲੀ ਹੈ ਕਿ ਆਪਣਾ ਸਮਾਂ ਦੇ ਕੇ ਗੁਰਬਾਣੀ ਨਾਲ ਜੁੜਨਾ, ਗੁਰਬਾਣੀ ਦੀ ਗੱਲ ਕਰਨੀ ਔਰ ਗੁਰਬਾਣੀ ਦੀ ਸੇਵਾ ਕਰਨੀ, ਔਰ ਉਸ ਤੋਂ ਵੀ ਵੱਡਾ ਜਿਹੜਾ ਕਰਮ ਉਹ ਹੈ ਨਾਮ ਦਾ ਅਭਿਆਸ, ਜਿਸ ਦੇ ਉੱਪਰ ਕੋਈ ਹੋਰ ਸ਼ੈ, ਕੋਈ ਵਸਤ, ਕੋਈ ਕਰਨ ਵਾਲਾ ਕੰਮ ਹੈ ਹੀ ਨਹੀਂ। ਅਸੀਂ ਜਪ ਬਾਣੀ ਦੀ ਵਿਚਾਰ ਕਰ ਚੁੱਕੇ ਹਾਂ, ਲੇਕਿਨ ਕੁਛ ਸੱਜਣ ਮੇਰੇ ਐਸੇ ਕਰੀਬੀ ਜਿਨ੍ਹਾਂ ਦੀਆਂ ਗੱਲਾਂ ਮੈਨੂੰ ਟੁੰਬ ਗਈਆਂ ਔਰ ਇਉਂ ਲੱਗਿਆ ਵੀ ਇਹ ਵਾਕਈ ਹੀ ਪਿਆਸੇ ਨੇ। ਤੇ ਮੈਂ ਸੋਚਿਆ ਵੀ ਚਲੋ ਇਹ ਸਾਰਿਆਂ ਵਾਸਤੇ ਆਪਾਂ ਥੋੜਾ ਜਿਹਾ ਹੋਰ ਡੂੰਘਾਈ ਦੇ ਨਾਲ ਸਿਰਫ 4 ਖੰਡਾਂ ਦਾ ਜਿਹੜਾ ਇਹ ਜ਼ਿਕਰ ਹੈ ਜਪ ਬਾਣੀ ਦੇ ਅੰਦਰ, ਇਹਦੀ ਵਿਚਾਰ ਇੱਕ ਵਾਰੀ ਦੁਬਾਰਾ ਕਰਦੇ। ਹੁਣ ਇਹਦੀ ਵਿਚਾਰ ਤੁਸੀਂ ਸੁਣ ਚੁੱਕੇ ਹੋ ਪਹਿਲਾਂ, ਆਪਾਂ ਉਸ ਤੋਂ ਥੋੜੀ ਜਿਹੀ ਅੱਗੇ ਦੀ ਗੱਲ ਕਰਾਂਗੇ। ਪਹਿਲੀ ਗੱਲ ਮੈਂ ਇਹ ਦੱਸ ਦਿਆਂ ਕਿ ਇਹ ਜਿਹੜੇ 4 ਖੰਡ ਨੇ, ਜਾਂ ਆਪਾਂ 4 ਪਦਾਰਥਾਂ ਦਾ ਜ਼ਿਕਰ ਕੀਤਾ ਸੀ, ਜਾਂ ਆਪਾਂ 4 ਲਾਵਾਂ ਦਾ ਜ਼ਿਕਰ ਕੀਤਾ ਸੀ, ਆਪਾਂ ਉਹਦੀ ਵੀ ਵਿਆਖਿਆ ਕਰਕੇ ਆਏ ਹਾਂ। ਵਿਆਖਿਆ ਤੇ ਨਹੀਂ ਮੈਂ ਕਹੂੰਗਾ, ਵਿਚਾਰ ਕਹੂੰਗਾ, ਕਿਉਂਕਿ ਵਿਚਾਰ ਦਾ ਲਫ਼ਜ਼ ਜਿਹੜਾ ਇਹ ਐਕਸਪਲੇਨ ਕਰਦਾ ਹੈ ਕਿ ਉਹਦੇ 'ਚ ਹਾਲੀ ਹੋਰ ਗੁੰਜਾਇਸ਼ ਹੈ। ਹਰ ਅਭਿਆਸੀ ਦੀ ਅਵਸਥਾ ਕਿੱਥੋਂ ਤੱਕ ਜਾਂਦੀ ਹੈ, ਕਿੱਥੋਂ ਤੱਕ ਉਹ ਉਡਾਰੀ ਮਾਰਦਾ ਆਪਣੇ ਅੰਦਰ, ਉੱਥੋਂ ਤੱਕ ਬ੍ਰਹਮ ਗਿਆਨ ਦੇ ਝਲਕਾਰੇ ਉਸ ਅਭਿਆਸੀ ਨੂੰ ਵੱਜਣਗੇ। ਕਹਿਣ ਤੋਂ ਭਾਵ ਕਿ ਜਿੰਨੀ ਕਮਾਈ ਕਰੀ ਜਾਵਾਂਗੇ, ਅੱਜ ਜਿਹੜੀ ਸਾਡੀ ਸਟੇਜ ਹੈ, ਅੱਜ ਜਿਹੜੀ ਸਾਡੀ ਅਵਸਥਾ ਹੈ, ਅਭਿਆਸ ਦੇ ਨਾਲ ਨਾਲ, ਕਮਾਈ ਦੇ ਨਾਲ ਨਾਲ ਇਹ ਅਵਸਥਾ ਵੀ ਬਦਲੀ ਹੁੰਦੀ ਜਾਏਗੀ। ਇਹ ਬਿਲਕੁਲ ਇਸੇ ਤਰ੍ਹਾਂ ਹੈ ਜਿਵੇਂ ਇੱਕ ਨਿਆਣਾ ਜੰਮਦਾ, ਉਹ ਸਕੂਲੇ ਜਾਂਦਾ ਹੈ, ਪਹਿਲੀ ਦੂਜੀ ਚ ਪੜ੍ਹਦਾ, ਹਲੇ ਉਹਨੂੰ ਲਾਈਫ ਦਾ ਸਾਰਾ ਕੁਝ ਨਹੀਂ ਪਤਾ ਹੁੰਦਾ। ਉਸ ਵੇਲੇ ਦਾ ਕਿੰਨਾ ਕੁ ਦਾਇਰਾ ਹੁੰਦਾ ਹੈ, ਖਿਡੌਣੇ, ਮਾਂ ਪਿਓ ਜਾਂ ਗਲੀ 'ਚ ਉਹਦੇ ਨਾਲ ਜਿਹੜੇ ਉਹਦੇ ਹਮਸਾਥੀ ਬੱਚੇ ਜਿਨ੍ਹਾਂ ਨਾਲ ਖੇਡਦਾ, ਉਹਦਾ ਧਿਆਨ ਓਨਾ ਕੀ ਹੁੰਦਾ। ਫਿਰ ਥੋੜਾ ਹੋਰ ਵੱਡਾ ਹੁੰਦਾ, ਉਹਦੀ ਅਵਸਥਾ ਬਦਲਦੀ ਹੈ, ਕਿਉਂਕਿ ਉਹ ਲਾਈਫ ਦਾ ਐਕਸਪੀਰੀਅੰਸ ਲੈ ਰਿਹਾ, ਸਮਾਜ ਦਾ ਐਕਸਪੀਰੀਅੰਸ ਆਉਣਾ ਸ਼ੁਰੂ ਹੋ ਜਾਂਦਾ, ਸੁਸਾਇਟੀ ਦੇ ਵਿੱਚ ਵਿਚਰਨਾ ਸ਼ੁਰੂ ਹੋ ਜਾਂਦਾ, ਥੋੜਾ ਹੋਰ ਵੱਡਾ ਹੁੰਦਾ, ਕੰਮ ਤੇ ਜਾਂਦਾ, ਵੱਖਰਾ ਤਜਰਬਾ, ਗ੍ਰਸਤ ਜੀਵਨ 'ਚ ਪ੍ਰਵੇਸ਼ ਕਰ ਲੈਂਦਾ, ਵੱਖਰਾ ਤਜਰਬਾ। ਏਦਾਂ ਜ਼ਿੰਦਗੀ ਦਾ ਤਜਰਬਾ ਐਵਰੀਡੇ ਨਵਾਂ ਹੁੰਦਾ ਸਾਡਾ। ਇਸੇ ਤਰ੍ਹਾਂ ਹੀ ਅਧਿਆਤਮ ਦਾ ਤਜਰਬਾ ਵੀ ਐਵਰੀਡੇ ਨਵਾਂ ਹੋਏਗਾ। ਇਹ ਨਹੀਂ ਹੈ ਵੀ ਜਿਹੜਾ 40-50 ਸਾਲ ਪਹਿਲਾਂ ਗੁਰਬਾਣੀ ਦੀ ਵਿਚਾਰ ਦੇਤੀ ਤੇ ਉਹ ਫਾਈਨਲ ਹੋ ਗਈ। ਅਸੀਂ ਉਹਦੇ ਨਾਲ ਹੀ ਬੱਝ ਕੇ ਬੈਠ ਜਾਣਾ
ਅਸੀਂ ਕਮਾਈ ਕਰਨੀ ਹੈ ਸ਼ਬਦ ਦੀ, ਸ਼ਬਦ ਦਾ ਅਭਿਆਸ ਕਰਨਾ। ਤੇ ਇਹ ਜਿਹੜੀ ਅਧਿਆਤਮ ਦੀ ਰੋਸ਼ਨੀ ਹੈ, ਗਿਆਨ ਦੀ ਲਾਈਟ ਹੈ, ਇਹ ਡੇ ਬਾਏ ਡੇ ਵੱਧਦੀ ਜਾਏਗੀ ਜੇਕਰ ਆਪਾਂ ਇਮਾਨਦਾਰੀ ਦੇ ਨਾਲ गुरु की सेवा कर रहे हैं। नाम हमारे गुरु की सेव, नाम हमारे पूजा देव। ਇਹ ਵੀ ਆਪਾਂ ਕਿਸੇ ਵੇਲੇ ਗਾਂ ਜਾ ਕੇ ਇਸ ਚੀਜ਼ ਦਾ ਵੀ ਨਖੇੜਾ ਕਰਾਂਗੇ। ਮੈਂ ਫੇਰ ਦੁਬਾਰਾ ਉਹ ਗੱਲ ਰਿਪੀਟ ਕਰ ਰਿਹਾ, 4 ਖੰਡ, 4 ਪਦਾਰਥ, 4 ਲਾਵਾਂ। ਇਹ ਅਭਿਆਸੀ ਦੇ ਟੋਟਲੀ ਅਧਿਆਤਮ ਅਵਸਥਾ ਦੇ ਨਾਲ ਸੰਬੰਧ ਰੱਖਦੇ ਆ। ਜੇਕਰ ਆਪਾਂ ਇਸ ਪਾਸੇ ਨੂੰ ਜਾਣਾ, ਜੇਕਰ ਅਧਿਆਤਮ ਦੀ ਯਾਤਰਾ ਕਰਨੀ ਹੈ, ਬਾਹਰ ਕੁਛ ਨਹੀਂ ਲੱਭਣਾ। ਇਹ ਆਪਾਂ ਬੜੀ ਵਾਰੀ ਰਿਪੀਟ ਕੀਤਾ, ਬਾਹਰ ਕੁਛ ਨਹੀਂ ਲੱਭਣਾ। ਇਹ ਟੋਟਲੀ ਅੰਦਰ ਦੀ ਅਵਸਥਾ ਦੀ ਗੱਲ ਹੈ। ਅੰਦਰੋਂ ਅਸੀਂ ਸ਼ਬਦ ਦੇ ਅਭਿਆਸ ਦੇ ਨਾਲ ਕਿੰਨੇ ਕੁ ਆਪਣੇ ਮਨ ਦੇ ਵਿਚਾਰ ਖੜੇ ਕਰਦੇ ਹਾਂ, ਕਿੰਨਾ ਕੁ ਮਨ ਨੂੰ ਸਾਧਦੇ ਹਾਂ, ਔਰ ਕਿੰਨੀ ਅਸੀਂ ਕਮਾਈ ਕਰਦੇ ਹਾਂ ਜਾਂ ਕਿੰਨਾ ਸ਼ਬਦ ਦਾ ਅਭਿਆਸ ਕਰਦੇ ਹਾਂ। ਆਓ ਆਪਾਂ ਸ਼ੁਰੂ ਕਰੀਏ। ਸਭ ਤੋਂ ਪਹਿਲਾ ਹੈ ਧਰਮਖੰਡ। ਹੁਣ ਆਪਾਂ ਧਰਮਖੰਡ ਦੀ ਵਿਚਾਰ ਕਰਨੀ ਹੈ। ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਧਰਮ ਹੈ ਕੀ ਹੈ। ਧਰਮ ਹੈ ਕੀ ਹੈ? ਕਿ ਧਰਮ ਕੋਈ ਡਰੈਸ ਹੈ, ਜਾਂ ਧਰਮ ਕੋਈ ਸਰੂਪ ਹੈ, ਜਾਂ ਧਰਮ ਕੋਈ ਕੋਡ ਆਫ ਕੰਡਕਟ ਹੈ। ਇਹ ਧਰਮ ਹੈ ਕੀ ਹੈ? ਇਹਨੂੰ ਬੜੀ ਸਿੰਪਲ ਮੈਨਰ ਦੇ ਵਿੱਚ ਆਪਾਂ ਸਮਝਣਾ। ਵੈਰੀ ਸਿੰਪਲ। ਹਲੇ ਆਪਣੀ ਇਨੀਸ਼ੀਅਲ ਸਟੇਜ ਆ। ਹਲੇ ਤੇ ਮੈਂ ਇਉਂ ਸਮਝਦਾ ਕਿ ਬੱਚਾ ਜਿਹੜਾ ਉਹ ਰੁੜਨਾ ਸਿੱਖ ਰਿਹਾ। ਇਹਨੂੰ ਇੱਥੇ ਕੰਪੈਰੀਜ਼ਨ ਕਰੋ, ਬੱਚਾ ਜਿਹੜਾ ਜੰਮ ਕੇ ਰੁੜਨਾ ਸਿੱਖ ਰਿਹਾ। ਹੌਲੀ ਹੌਲੀ ਜ਼ਿੰਦਗੀ ਦਾ ਤਜਰਬਾ ਹੋਏਗਾ, ਬੱਚਾ ਵੱਡਾ ਹੋਏਗਾ, ਐਜੂਕੇਸ਼ਨ ਵਧੇਗੀ, ਕੁਆਲੀਫਿਕੇਸ਼ਨ ਵੀ ਲਏਗਾ, ਸਮਾਜ ਦਾ ਸਾਥ ਵੀ ਉਹਨੂੰ ਹੋਏਗਾ। ਹੌਲੀ ਹੌਲੀ ਸਮਾਜ ਦੀਆਂ ਰੀਤੀਆਂ ਦਾ, ਕੁਰੀਤੀਆਂ ਦਾ ਉਹਨੂੰ ਪਤਾ ਲੱਗਣਾ ਸ਼ੁਰੂ ਹੋਏਗਾ। ਜਿਹੜੀ ਚੀਜ਼ ਐਕਸੈਪਟੇਬਲ ਹੋਏਗੀ ਉਹ ਰੱਖੇਗਾ ਕੋਲ, ਜਿਹੜੀ ਨਹੀਂ ਹੋਏਗੀ ਉਹਨੂੰ ਛੱਡ ਦੇਗਾ। ਹੁਣ ਆਪਾਂ ਧਰਮ ਨੂੰ ਸਮਝੀਏ ਵੀ ਧਰਮ ਹੈ ਕੀ ਆ। ਪਹਿਲੀ ਗੱਲ, ਮੈਂ ਸਿਰਫ 2 ਲਾਈਨਾਂ ਪੜਾਂਗਾ ਪੰਨਾ ਨੰਬਰ 266 ਚੋਂ। ਇਹ ਬਾਣੀ ਹੈ ਸੁਖਮਨੀ, ਗੌੜੀ ਸੁਖਮਨੀ। ਇਹ ਬਹੁਤ ਈਜ਼ੀ ਹੈ, ਔਰ ਇਹਦੇ ਵਿੱਚ ਸਾਨੂੰ ਇੰਨੀਆਂ ਕੁ ਡੈਫੀਨੇਸ਼ਨਸ ਗੁਰੂ ਅਰਜਨ ਪਾਤਸ਼ਾਹ ਨੇ ਦੇਤੀਆਂ ਨੇ, ਈਜ਼ੀ ਢੰਗ ਦੇ ਨਾਲ, ਬਹੁਤ ਹੀ ਸੌਖਾ। ਤੇ ਤੁਹਾਨੂੰ ਇਹਦੀ ਵਿਆਖਿਆ ਕਰਨ ਦੀ ਲੋੜ ਨਹੀਂ ਹੈ। ਜਿਹੜੇ ਕਹਿੰਦੇ ਸਾਨੂੰ ਸਮਝ ਨਹੀਂ ਆਉਂਦਾ, ਉਹ ਫਿਰ ਆਪਣੀ ਕੰਸੈਂਟਰੇਸ਼ਨ ਵਾਲੇ ਪਾਸੇ ਧਿਆਨ ਦੇਣ। 2 ਲਾਈਨਾਂ ਆਪਾਂ ਪੜ੍ਹਦੇ ਹਾਂ। ਸਰਬ ਧਰਮ ਮਹਿ ਸ੍ਰੇਸ਼ਟ ਧਰਮ। ਸਾਰੇ ਧਰਮਾਂ ਚੋਂ ਇੱਕੋ ਹੀ ਸ੍ਰੇਸ਼ਟ, ਇੱਕੋ ਹੀ ਸਰਬ ਉੱਚ ਧਰਮ ਹੈ। ਉਹ ਕੀ ਹੈ? ਹਰ ਕੋ ਨਾਮ ਜਪੇ ਨਿਰਮਲ ਕਰਮ। ਹਰ ਦਾ ਨਾਮ ਜਪ ਕੇ ਗੁਰ ਪ੍ਰਸਾਦ ਦੇ ਪਾਤਰ ਬਣਨਾ।
ਕਿਰਪਾ ਦੇ, ਫਜ਼ਲ ਦੇ ਪਾਤਰ ਬਣਨਾ, ਇਹੀ ਸ੍ਰੇਸ਼ਟ ਧਰਮ ਹੈ। ਹੁਣ ਇੱਥੇ ਨੋਟ ਕਰਦੇ ਜਾਇਓ, ਅੱਜ ਆਪਾਂ ਬਹੁਤ ਉੱਚ ਪਾਏ ਦੀ ਗੱਲ ਕਰਨੀ ਹੈ। ਕੰਸੈਂਟਰੇਸ਼ਨ ਆਪਣੀ ਬਣਾ ਲਓ, ਧਿਆਨ। ਜੇ ਚੀਜ਼ ਯਾਦ ਨਹੀਂ ਰਹਿੰਦੀ ਤੇ ਉਹਨੂੰ ਕਾਪੀ ਪੈਨਸਿਲ ਲੈ ਲਓ, ਨੋਟ ਕਰ ਲਓ। ਦੋ ਲਾਈਨਾਂ ਮੈਂ ਫਿਰ ਰਿਪੀਟ ਕਰਦਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਸਾਰੇ ਧਰਮਾਂ ਦੇ ਵਿੱਚ ਇੱਕੋ ਹੀ ਸ੍ਰੇਸ਼ਟ ਧਰਮ ਹੈ। ਉਹ ਧਰਮ ਕੀ ਹੈ? ਅਕਾਲ ਪੁਰਖ ਦਾ ਨਾਮ ਜਪ ਕੇ, ਹਰ ਕੋ ਨਾਮ ਜਪੇ। ਇੱਕ ਸਕਿੰਟ ਠਹਿਰੋ, ਆਪਾਂ ਇਹਦੇ ਦਰਸ਼ਨ ਵੀ ਕਰੀਏ। ਇੱਕ ਸਕਿੰਟ ਵੇਟ ਕਰੀਏ। ਹਰ ਕੋ ਨਾਮ ਜਪ ਨਿਰਮਲ ਕਰਮ। ਇੱਥੇ ਆ ਜਾਓ ਹੁਣ। ਇਹ ਬਿਲਕੁਲ ਸਭ ਤੋਂ ਉਤਲਾ ਹਿੱਸਾ ਹੈ। ਆ ਦੇਖੋ, ਇੱਥੇ ਇਹ 3 ਨੰਬਰ ਦਾ ਸ਼ਬਦ ਹੈ। ਤੀਜੀ ਅਸ਼ਟਪਦੀ, ਮੇਰੇ ਖਿਆਲ ਤੀਜੀ ਅਸ਼ਟਪਦੀ ਹੈ। ਲਾਸਟ 8ਵਾਂ ਨੰਬਰ ਦਾ ਸ਼ਬਦ ਹੈ, ਤੀਜੀ। ਇਹ ਤਾਈਓ ਅਸ਼ਟਪਦੀ ਕਿਹਾ ਨਾ। ਇੱਕ ਇੱਕ ਪਦਾ ਜਿਹੜਾ ਹੈ ਉਹਦੀ ਗਿਣਤੀ ਹੈ 8। ਇੱਕ ਇੱਕ ਅਸ਼ਟਪਦੀ ਦੇ ਵਿੱਚ 8-8 ਸ਼ਬਦ ਹੋਣਗੇ। ਸੋ ਇਹ ਜਿਹੜੀ ਗੱਲ ਕਹੀ ਹੈ ਉਹਨਾਂ ਨੇ, ਸਭ ਤੋਂ ਉੱਤੇ ਕਹੀ ਹੈ, ਸਭ ਤੋਂ ਪਹਿਲਾਂ, ਸਭ ਤੋਂ ਇੰਪੋਰਟੈਂਟ, ਸਭ ਤੋਂ ਸ੍ਰੇਸ਼ਟ ਕੰਮ ਹੀ ਸ੍ਰੇਸ਼ਟ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਸ੍ਰੇਸ਼ਟ ਹੁੰਦਾ ਹੈ ਸਭ ਤੋਂ ਚੰਗਾ, ਸਭ ਤੋਂ ਉੱਚਾ। ਕਿਹੜਾ ਕੰਮ? ਹਰ ਕੋ ਨਾਮ। ਮੈਨੂੰ ਔਂਕੜ, ਇੱਕ ਅੱਖਰ ਦਾ ਜਾਪ ਕਿਤੇ ਭੁਲੇਖਾ ਨਾ ਰਹਿ ਜੇ। ਬਈ ਰੱਬ ਦੇ ਕੀਰਤਮ ਨਾਮ ਕਥੇ ਤੇਰੀ ਜੇਬਾ। ਬਹੁਤ ਨਾਮ ਨੇ ਰੱਬ ਦੇ। ਹਰ ਹਰ, ਗੋਬਿੰਦ ਗੋਬਿੰਦ, ਗੋਪਾਲ, ਗੋਵਰਧਨ, ਰਾਮ, ਕਈ ਨਾਮ ਨੇ। ਅੱਲਾ ਅੱਲਾ, ਬੇਅੰਤ। ਪਰ ਸਾਡੇ ਬ੍ਰਹਮ ਗਿਆਨ ਦੇ ਅਨੁਸਾਰ ਇੱਕ ਨਾਮ ਹੈ। ਇੱਕ ਦੀ ਗੱਲ ਸਾਡੇ ਬ੍ਰਹਮ ਗਿਆਨ ਨੇ ਕੀਤੀ ਹੈ। ਉਹ ਕਹਿੰਦੇ ਹਰ ਕੋ ਨਾਮ ਜਪੇ। ਪੱਪੇ ਨੂੰ ਸਿਆਰੀ ਜਪ ਕੇ ਨਿਰਮਲ ਕਰਮ। ਸਭ ਤੋਂ ਉੱਤਮ ਧਰਮ ਇੱਕੋ ਹੀ ਹੈ। ਅਕਾਲ ਪੁਰਖ ਦਾ, ਪਰਮਾਤਮਾ ਦਾ, ਪ੍ਰਭੂ ਦਾ, ਰੱਬ ਦਾ ਨਾਮ ਜਪ ਕੇ ਉਸ ਦੇ ਗੁਰਪ੍ਰਸਾਦ ਦੇ ਪਾਤਰ ਬਣਨਾ। ਸੋ ਇਹ ਗੱਲ ਆਪਾਂ ਬੜੇ ਹਾਈ ਲੈਵਲ ਤੇ ਲੇਟਰ ਔਨ ਵਿਚਾਰਨੀ ਹੈ ਕਿ ਨਾਮ ਜਪਣਾ ਵੀ ਇੱਕ ਕਰਮ ਹੈ। ਇਹਦੇ ਤੇ ਆਪਾਂ ਇਹ ਵੱਖਰਾ ਟੌਪਿਕ ਲਵਾਂਗੇ ਕਿ ਨਾਮ ਜਪਣਾ ਇੱਕ ਕਰਮ ਕਿਉਂ ਹੈ। ਇਹ ਤੇ ਆਪਾਂ ਅੱਗੇ ਜਾ ਕੇ ਵਿਚਾਰ ਕਰਾਂਗੇ। ਲੇਕਿਨ ਅੱਜ ਦੀ ਜਿਹੜੀ ਸਾਡੀ 4 ਖੰਡਾਂ ਦੀ ਅਸੀਂ ਗੱਲ ਕਰਨੀ ਹੈ, ਉਹਦੇ ਤੇ ਸਾਰੀ ਆਪਣੀ ਤਵੱਜੋ ਰੱਖਣੀ ਹੈ। ਹੁਣ ਇਹ ਗੱਲ ਕਲੀਅਰ ਹੋ ਗਈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਹਰ ਕੋ ਨਾਮ ਜਪ ਨਿਰਮਲ ਕਰਮ। ਅਕਾਲ ਪੁਰਖ ਦਾ ਨਾਮ ਜਪ ਕੇ ਉਸੇ ਅਕਾਲ ਪੁਰਖ ਦੇ ਗੁਰਪ੍ਰਸਾਦ ਦੇ ਪਾਤਰ ਬਣਨਾ। ਹੁਣ ਇਹ ਧਰਮਖੰਡ ਦੀ ਆਪਾਂ ਗੱਲ ਕਰੀਏ ਕਿ ਧਰਮਖੰਡ ਕਾ ਇਹੋ ਧਰਮ। ਹੁਣ ਸਾਨੂੰ ਧਰਮ ਦੇ ਬਾਰੇ ਅਸੀਂ ਕੱਢ ਲਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਮਹੱਲੇ 5ਵੇਂ ਦੀ ਬਾਣੀ ਹੈ, ਗੌੜੀ ਸੁਖਮਨੀ ਦੇ ਵਿੱਚ ਹੈ
तीजी अष्टपदी है। तीजी अष्टपदी का 8 नंबर शब्द है ते 8 नंबर शब्द की सब तो पहली तुक है, सर्व धर्म में श्रेष्ठ धर्म, हर को नाम जपे निर्मल कर्म। हुण आपां इधर नूं आ जाइए, इस चीज नूं आधार रख के ये धर्म है की है, ये कित्थे है, खंड धर्म खंड है की है, ये कित्थे है, इनू किद्दां जानिया जा सकदा। राती रुती थिती वार, पवन पानी अग्नि पाताल। धर्मखंड दे विच ये चीज आपां पहलां एक्सप्लेन कर चुके हैं, सो मैं ਇਹਦੇ ਇਹਦੇ ਇੱਕ ਇੱਕ ਲਾਈਨ ਦੇ ਵਿੱਚ ਨੂੰ ਬੋਲਦਾ ਜਾਊਂਗਾ। ਧਰਮਖੰਡ ਦੇ ਵਿੱਚ ਦਿਨ ਰਾਤ ਤਰੀਕਾਂ ਵਾਰ ਪਵਨ ਪਾਣੀ ਅਗਨੀ ਪਤਾਲ ਦਾ ਜ਼ਿਕਰ ਆਉਂਦਾ। ਠੀਕ ਹੈ, ਇਹ ਹੈ ਕਿੱਥੇ ਹੈ? ਇਹ ਇਸੇ ਧਰਤੀ ਤੇ ਹੈ ਜਿੱਥੇ ਅਸੀਂ ਰਹਿ ਰਹੇ ਹਾਂ। ਸਾਡੇ ਸਾਹਮਣੇ ਆ ਸਾਰਾ ਕੁਝ। ਦਿਨ ਵੀ ਸਾਡੇ ਸਾਹਮਣੇ ਚੜ੍ਹਦਾ, ਸੂਰਜ ਢਲ ਜਾਂਦਾ, ਰਾਤ ਪੈਂਦੀ ਆ, ਤਰੀਕਾਂ ਵੀ ਜਿਹੜੀਆਂ ਉਹ ਬਦਲਦੀਆਂ ਨੇ, ਵਾਰ ਵੀ ਜਿਹੜੇ ਬਦਲਦੇ ਆ, ਪਵਨ ਪਾਣੀ ਸਾਡੇ ਸਾਹਮਣੇ ਚੱਲ ਰਿਹਾ ਸਾਰਾ ਕੁਝ, ਅਗਨੀ ਪਤਾਲ ਸਾਡੇ ਸਾਹਮਣੇ ਆ। ਠੀਕ ਹੈ ਜੀ। ਸੋ ਵੈਰੀ ਸਿੰਪਲ, ਵੈਰੀ ਵੈਰੀ ਸਿੰਪਲ, ਕਿ ਜਿੱਥੇ ਅਸੀਂ ਰਹਿ ਰਹੇ ਹਾਂ, ਜਿੱਥੇ ਅਸੀਂ ਰਹਿ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਾਂ, ਉਹ ਬੜਾ ਉਹਦਾ ਉਹੀ ਹੈ। ਧਰਮਖੰਡ ਹੈ ਹੀ ਉਹੀ ਹੈ। ਆਓ ਅੱਗੇ ਚਲੀਏ। ਕਹਿੰਦੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਜੰਮਣ ਮਰਨ ਵਾਲੇ ਸਾਰੇ ਜੀਵਾਂ ਦਾ ਧਰਤੀ ਤੇ ਇੱਕ ਪੜਾਅ ਹੈ, ਇੱਕ ਟ੍ਰਾਂਜ਼ਿਟ ਕੈਂਪ ਹੈ। ਜੀਵ ਆਉਂਦੇ ਆ ਚਲੇ ਜਾਂਦੇ ਆ, ਆਉਂਦੇ ਆ ਚਲੇ ਜਾਂਦੇ ਆ। ਸੋ ਇਹ ਇੱਕ ਟ੍ਰਾਂਜ਼ਿਟ ਕੈਂਪ ਹੈ। ਜੀਵ ਜਿਹੜਾ ਹੈ ਉਹ ਮਰਦਾ ਨਹੀਂ ਹੈ, ਦੇਹ ਖਤਮ ਹੁੰਦੀ ਹੈ। ਸੋ ਜੀਵਨ ਮਰਨ ਵਾਲੇ ਸਾਰੇ ਜੀਵਾਂ ਦਾ ਧਰਤੀ ਇੱਕ ਪੜਾਅ ਹੈ। ਉਹਦਾ ਭਾਵ ਕੀ ਕਿ ਜ਼ਿੰਦਗੀ ਭੋਗ ਕੇ ਅਸੀਂ ਪਰਲੋਕ ਨੂੰ ਪਿਆਨੇ ਕਰ ਜਾਈਦਾ। ਪਰਲੋਕ, ਨੈਕਸਟ ਲਾਈਫ, ਅਗਲਾ ਲੋਕ। ਤੇ ਇਸ ਵਿੱਚ ਜੀਵ ਜੁਗਤ ਕੇ ਰੰਗ। ਧਰਮਖੰਡ ਦੀ ਇਸ ਧਰਮਸਾਲ ਵਿੱਚ ਕਈ ਜੀਵਨ ਢੰਗਾਂ ਤੇ ਕਈ ਰੂਪਾਂ ਦੇ ਜੀਵ ਨੇ। ਦੇਖੋ ਕਿੰਨੀਆਂ ਜੂਨਾਂ ਨੇ, ਪਤਾ ਹੀ ਨਹੀਂ, ਕੋਈ ਅੰਤ ਹੀ ਨਹੀਂ। ਹਾਂ, ਇਹਦੀ ਗਿਣਤੀ ਕੀਤੀ, ਸਾਇੰਸ ਨੇ ਵੀ ਕੀਤੀ ਹੈ। ਇੱਕ ਥਾਂ ਭਗਤ ਨਾਮਦੇਵ ਜੀ ਵੀ ਕਹਿੰਦੇ ਆ, ਪੂਰੀ ਗਿਣਤੀ ਮਿਣਤੀ ਮੈਂ ਕਹਿੰਦੇ 42 ਲੱਖ ਜੀ ਜਲ ਮੈਂ ਹੋਤੇ। ਕੱਲੇ ਪਾਣੀ 'ਚ ਹੀ 42 ਲੱਖ ਜੂਨਾਂ ਨੇ। ਲੋ, ਉਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ, ਕਿੱਥੋਂ ਆਈਡੀਆ ਆ ਗਿਆ, ਇਹਨਾਂ ਨੇ ਇੰਨਾ ਫਿਗਰ ਵੀ ਗਿਣ ਕੇ ਸਾਨੂੰ ਲਿਖ ਕੇ ਦੱਸ ਦਿੱਤਾ। ਕੋਈ ਤੇ ਪਾਵਰ ਹੈ ਜਿਹੜੀ ਕੰਮ ਕਰਦੀ ਹੈ। ਹੌਲੀ ਹੌਲੀ ਆਪਾਂ ਇਹਨੂੰ ਵਿਚਾਰਾਂਗੇ। ਜਿੰਨਾ ਜਿੰਨਾ ਇਹ ਐਕਸੈਪਟ ਹੁੰਦਾ, ਜਿੰਨਾ ਜਿੰਨਾ ਚੀਜ਼ ਜਿਹੜੀ ਹੈ ਉਹ ਹਜ਼ਮ ਹੋ ਰਹੀ ਹੈ, ਉਨੀ ਐਕਸੈਪਟ ਕਰੋ। ਜਿਹੜੀ ਨਹੀਂ ਹੁੰਦੀ ਉਹ ਨਾ ਕਰੋ। ਉਹਨੂੰ ਸਮਝ ਲਓ ਵੀ ਇਹ ਸਾਡੇ ਵੱਸ ਦੀ ਨਹੀਂ ਹੈ, ਜਾਂ ਸਾਡੇ ਲਈ ਠੀਕ ਨਹੀਂ ਹੈ ਹਲੇ, ਉਹਨੂੰ ਛੱਡ ਦਿਓ। ਸੋ ਧਰਮ ਦੀ ਇਸ ਧਰਮਸਾਲ ਦੇ ਵਿੱਚ ਕਈ ਜੀਵਨ ਢੰਗਾਂ ਤੇ ਕਈ ਰੂਪਾਂ ਦੇ ਜੀਵ ਨੇ। ਤਿਨਕੇ ਨਾਮ ਅਨੇਕ ਅਨੰਤ, ਅਤੇ ਉਹਨਾਂ ਦੇ ਨਾਮ ਬੇਅੰਤ ਨੇ। ਉਹਨਾਂ ਦੇ ਅੰਤਾਂ ਦਾ ਵੀ ਕੋਈ ਪਤਾ ਨਹੀਂ, ਉਹਨਾਂ ਦੀ ਗਿਣਤੀ ਮਿਣਤੀ ਵੀ ਸਾਡੇ ਕੋਲ ਨਹੀਂ। ਕਰਮੀ ਕਰਮੀ ਹੋਏ ਵਿਚਾਰ। ਹਰ ਜੀਵ ਆਪਣੇ ਆਪਣੇ ਕਰਮਾਂ ਦੇ ਮੁਤਾਬਕ ਬੰਦਗੀ ਕਰਦਾ ਹੈ। ਵਿਚਾਰ, ਰਾਰੇ ਨੂੰ ਔਂਕੜ, ਵਿਚਾਰ ਦਾ ਲਫ਼ਜ਼ ਆਪਾਂ ਕਲੀਅਰ ਕੀਤਾ ਪਹਿਲਾਂ ਕਿ ਵਿਚਾਰ ਹੈ ਹੀ ਅਕਾਲ ਪੁਰਖ ਦੀ ਬੰਦਗੀ ਹੈ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਇਹ
ਇਹਨੂੰ ਵੀ ਕੱਢੀਏ ਸਕਰੀਨ। जप जप नाम गोविंद का पूर्ण विचार। इस तो पहला की लिखिया जी, उद्यम करत आनंद भया सिमरत सुख सार। कमाई करनी आरंभ की, कमाई करनी आरंभ की। होया कि उद्यम करत आनंद भया सिमरत सुख सार। परमात्मा दा नाम जपण दा उद्यम, मेहनत, मुशक्कत जदों मैं शुरू की ते मैनू एक एक वखरा आनंद आना शुरू हो गया। कुछ अंदर मेरे हरकत आरंभ होगी। सिमरत सुखसार कहते ज्यों ज्यों फिर मैं उन्होंने ਵਧਾਉਂਦਾ ਗਿਆ, जपण तो बाद मैं सिमरन की अवस्था ते पहुंचया। सिमरदा गया ते सब तो श्रेष्ठ, सब तो उत्तम जिहड़ा सुख सी वो मैनू मिलना शुरू हो गया। जपे जपे नाम गोबिंद का, इत्थे आ गया कीर्तन नाम गोबिंद। अकाल पुरख दे नाम नू जप जप के ही पूर्ण विचार है, कंप्लीट भगती है, कंप्लीट कमाई है। विचार, वो विचार का यह मतलब नहीं है कि उथे उथे कथोगड़ बन के बह जाओ, कथावाचक बन के बह जाओ ते दुनिया दियां जिन्नियां भी गुरमत दे गुरुआं ने जो चीज़ां नहीं लिखियां वो हिस्टरी चों कलैक्ट करके उहदा संबंध तुसी ब्रह्म ज्ञान दे नाल जोड़ी जाओ। मैनू माफ करियो, ये गल्लां आ जांदियां ने, मेरा कोई मकसद नहीं हुंदा, मेरा कोई मकसद नहीं हुंदा, मैं बचदा इन्हां चीज़ां तो, लेकिन ये अखां अगे चीज़ आ जाती है। ब्रह्म ज्ञान, अध्यात्म, स्पिरिचुअलिटी, धर्म एक वखरा विषय है, इतिहास एक वखरा विषय है। हुण साडे जिहड़े प्रचारक ने या कथावाचक ने या इहनूं एक्सप्लेन करन वाले ने, वो दोने चीज़ां नूं मिक्स करके सानू सानू दसदे है। और वड्डी गल है कि इतिहास किसी गुरु साहबान ने नहीं लिखिया, और 90% जिहड़ा वो स्पिरिचुअलिटी दे नाल मैच ही नहीं करता। इन्हां चीज़ां च आपां नहीं पैना। आपां ये हुंदा होई जावे, असीं अपना कंप्लीट भरोसा, अकीदा, प्रेम अपने गुरबाणी गुरु दे नाल रखना। खिमा करियो, ये थोड़ा जा दिमागी तौर ते ना एक तकलीफ मन दे विच हुंदी है कि सानू रस्ता किहड़ा दस्सिया सी बाबे नानक ने, सानू पा किधर नूं दिता उन्होंने। एक तकलीफ हुंदी है, एक हूक निकलदी है मन चों। देखो किन्ने सोहने शब्द ने, बिलावल महला पंजवां कहंदे उद्यम एक शब्द दा मम्मे नूं औंकड़ है, इको एक मुशक्कत, इको एक मेहनत जिहड़ी जपो तां इको नामा अवर निरा फल कामा। क्योंकि होर किसे काम नूं उद्यम करी जाओगे फल नहीं लगना। इस करके उद्यम दे मम्मे नूं औंकड़ दिता भी इको ही उद्यम करना, शब्द दा अभ्यास करना। एक कर करके बड़ा आनंद आना शुरू हो गया। अजे शुरुआत की है, आनंद अंदर पैदा हो गया, शुरू हो गया। ज्यों ज्यों अभ्यास करते गए गां अवस्था चेंज हुई, सिमरन तक पहुंचे। उस सिमरन नूं भी सिमरदे
सिमर दे ऐसी अवस्था आ गई कि सब तो श्रेष्ठ जिहड़ा सुख है, सार सार कहते हैं एक्सट्रैक्ट ਨੂੰ, ਤੱਤ ਨੂੰ। ਇਸੇ ਕਰਕੇ ਇੱਥੇ ਸੁਖ ਦੇ ਖੱਖੇ ਨੂੰ ਨਹੀਂ ਔਂਕੜ ਆਇਆ, ਇੱਥੇ ਅਗਲੇ ਸਾਰ ਦੇ ਰਾਰੇ ਨੂੰ ਔਂਕੜ ਆ ਗਿਆ। ਇਹ ਬਿਲਕੁਲ ਸੁਖ ਸਾਰ ਇਸੇ ਤਰ੍ਹਾਂ ਜਿਹੜਾ ਮੀਨਿੰਗ ਨਿਕਲੇਗਾ ਕਿ ਸੁਖ ਦੇ ਖੱਖੇ ਨੂੰ ਔਂਕੜ ਲੱਗਾ ਹੋਏ, ਇਹਦਾ ਮੀਨਿੰਗ ਬਿਲਕੁਲ ਸੇਮ ਨਿਕਲੇਗਾ। ਸੁੱਖਾਂ ਦਾ ਸਾਰ, ਸਭ ਤੋਂ श्रेष्ठ ਸੁਖ, ਇਸੇ ਕਰਕੇ ਮੈਂ ਕਹਿ ਰਿਹਾ ਉਹ ਮਿਲਣਾ ਸ਼ੁਰੂ ਹੋ ਗਿਆ। ਤੇ ਕਿਸ ਤਰ੍ਹਾਂ? ਜਪ ਜਪ ਨਾਮ ਗੋਬਿੰਦ ਕਾ, ਜਪ ਜਪ ਕੇ ਇੱਕੋ ਅੱਖਰ ਦਾ ਅਭਿਆਸ ਕਰ ਕਰਕੇ ਪੂਰਨ ਵਿਚਾਰ ਇਹੀ ਤੱਤ ਕੱਢਿਆ ਕਿ ਇਹੋ ਹੀ ਕੰਪਲੀਟ ਬੰਦਗੀ ਹੈ, ਇਹੋ ਹੀ ਪੂਰਨ ਹੈ, ਇਹਦੇ ਚ ਕੋਈ ਊਣਤਾਈ ਨਹੀਂ ਹੈ। सर्व धर्म में श्रेष्ठ धर्म, हर को नाम जप निर्मल कर्म। और ये कित्थों तक ले जाता है? चरण कमल गुर के जपत आ गया, सारा कुछ वही है। चरण कमल भी इको शब्द है, लफज वखरे वखरे वरते गए है क्योंकि ये वरतारा उन्होंने सामने हुंदा सी, चरणा की पूजा हुंदी सी। ब्राह्मण गुरु है जगत का। उस टाइम हिंदुस्तान की धरती ते परिवार एक ब्राह्मण ਨੂੰ अपना पुरोहित ਨੂੰ अपना गुरु ਮੰਨਦਾ ਸੀ और ਉਹਦੇ खास मौकिਆਂ ਤੇ पैर ਧੋ ਧੋ ਕੇ ਪੀਂਦੇ ਸੀ। ਉਹ ब्राह्मण भी पूरा इंजॉय करता ਸੀ उस चीज ਨੂੰ, भी कुर्सी ਤੇ ਬਾਇਆ, ਇੱਕ ਬੰਨੇ ਲੱਤਾਂ ਘੁੱਟਣ ਡੇ ਉਹਦੀਆਂ, ਕੋਈ ਬਾਹਾਂ ਤੇ ਮਾਲਿਸ਼ ਕਰਨ ਡਿਆ, ਉਹ ਵੀ ਪੂਰਾ ਨਜ਼ਾਰਾ ਲੈਂਦਾ ਸੀ ਇਸ ਚੀਜ਼ ਦਾ। ਇਹ ਲਫ਼ਜ਼ ਤਾਂ ਬਾਬੇ ਨੇ ਵਿੱਚ ਲਾਏ ਆ, ਕਹਿੰਦੇ ਚਰਨ ਕਮਲ ਗੁਰ ਕੇ ਜਪਤ। जिस तरह का अकाल पुरख है, ਉਹਦੀ कोई देह नहीं है, उसे तरह ਦੇ ਉਹਦੇ चरण कमल ने, फिजिकली नहीं है। और वो है की है? जप जप नाम गोबिंद का। सगल उद्यम में उद्यम भला, सगल उद्यम में उद्यम भला, आगे की है जी? सगल उद्यम में उद्यम भला, हर का नाम जपो जी सदा। कित्थों कित्थों बचांगे, कित्थों आ देख लो कित्थों कित्थों निकलती चीज आ रही है। गल नाम ते मुकदी है। और इसी शब्द का रहाओ की कहंदा, कहंदा चरण कमल गुर के जपत हर जापे हों जीवा, जाप के जीवा। पार ब्रह्म आराध ते मुख अमृत, तत्ते नूं औंकड़ आ गया। ਇਹਦਾ मतलब इको अमृत है। नानक अमृत एक है, दूजा अमृत ना है। ब्लैक एंड वाइट च पई है चीज। पार ब्रह्म आराध ते मुखे अमृत पीवा। इको एक शब्द दे अभ्यास दी गल है। शब्द दे अभ्यास दी गल है। हुण आपां उत्थे आईए, राती रुती थिती वार, पवन पानी अग्नि पताल, तिस विच धरती थाप रखी धर्मसाल, तिस विच जी जुगत के रंग, तिन के नाम अनेक अनंत, कर्मी कर्मी होए विचार। सच्चा आप, सच्चा दरबार। हर जीव अपने अपने कर्मा मुताबिक बंदगी करता है। कोई करदा, कोई नहीं करदा। प्रभु दी होंद सदीवी है। सच्चा आप, सच्चा दरबार। प्रभु दी होंद सदीवी है, उसदा तख्त भी सत है, सच्चा है, सदा रहन वाला है। हुण उहदी तख्त दी गल शुरू हो गई है। पहला जो साडे सामने है, धरती ते वापर रहा है,
दिन रात तरीकां वारां पवन पानी अग्नि पताल, जीव जमदे मरदे है, जीव आउंदे जांदे है, जीव बेअंत ने, ਉਹਨਾਂ ਦੇ ਨਾਮ ਅਨੇਕਾਂ ਨੇ ਪਰ ਅੰਤ ਕੋਈ ਨਹੀਂ ਹੈ। ਹਰ ਜੀਵ ਆਪਣੇ ਕਰਮਾਂ ਦੇ ਅਨੁਸਾਰ ਭਗਤੀ ਕਰਦਾ ਹੈ। ਉਹਦਾ ਦਰਬਾਰ ਸੱਚਾ ਹੈ, ਸਦੀਵੀ ਹੈ। ਹੁਣ ਉਹ ਦਰਬਾਰ ਦੀ ਜਿਹੜੀ ਗੱਲ ਸ਼ੁਰੂ ਕਰਨ ਲੱਗੇ ਆ, ਤਿੱਥੈ ਸੋਹਣੇ ਪੰਚ ਪਰਵਾਨ। ਅਕਾਲ ਪੁਰਖ ਦੇ, ਪ੍ਰਭੂ ਦੇ, ਪਰਮਾਤਮਾ ਦੇ ਦਰਬਾਰ ਵਿੱਚ ਕੇਵਲ ਪੰਜ ਪਰਵਾਨ ਹੀ ਸ਼ੋਭਦੇ ਹੈ। पंच परवान ऐसी अवस्था है जो टोटली माया दे नालों डिटैच्ड है। सब तो उच्ची अवस्था है अभ्यासी दी के परवान हो जाना अकाल पुरख दे दर ते। पंच एक अवस्था का जिक्र है, ये टोटली एक माइंड सैट है। ये पंज नहीं है, पंज नहीं है, ये पंच है एक उच्ची अवस्था। ये आम बंदा नहीं है, ये पंच है, ये परवान होया है। कहते उस दरबार दे विच उस अकाल पुरख दे तख्त ते केवल पंच ही परवान होंदे ने, पंच ही शोभदे ने। नदरी कर्म पवै निशान। निशान है पंच परवान होना। केवल केवल ये जिहड़ी अवस्था है अकाल पुरख दी बख्शिश, रहमत और गुर प्रसाद दे नाल मिलदी है। निशान दा मतलब है एक जाके वो जिहड़ा अभ्यासी उत्थों तक पहुंचदा है, उत्थे फिर अपना वो निशान एक जिदा आप बोली नहीं बोलते भी झंडा गढ़ दिता, उत्थे जाके फिर वो अपना जिहड़ा है टिकाणा करता है, उत्थे जाके अपना निशान लाउंदा कि मैं पहुंच गया इत्थे। उस दरबार की गल है। तिथे सोहन उत्थे शोभदे है, उत्थे शोभदे है कौन? जिहड़े पंच ने, जिहड़े परवान हो गए ने। ये नदरी कर्म पवै निशान, ये टिकाणा, ये निशान, ये पंच परवान होने की अवस्था उस अकाल पुरख दे रहमत बख्शिश गुरप्रसाद दे नाल मिलदी है। कच पकाई उत्थे पाए। हुण कच्चे ते पक्के दा, कच पकाई कच्चा ते पक्का वो की है? मनमुख ते गुरमुख। मनमुख ते गुरमुख दा पता अकाल पुरख दी दरगाह दे विच ही लगेगा। भाव जीव आत्मा दे लेखे जोखे दा निर्णय उत्थे होना, अकाल पुरख नहीं करना। कच्चा कौन है, पक्का कौन है, असीं झट निर्णय दे दिंदे आ। किसे दियां अखां वड्डियां वड्डियां होण ना, साडी बोली च आम किड़े किड़े डेले ओहदे लगदा गंगा बदमाश ही आ। किसी ने कोई मुछां माड़ियां जे तां खड़ियां कीतियां होण, ਉਹ ਕਹਿੰਦੇ ਕਿੱਦਾਂ ਤਾ ਦੇ ਕੇ ਆਇਆ, ਥਾਣੇਦਾਰ ਬਣਨ ਡਿਆ। ਇਹ ਆਮ ਬੋਲੀ ਦੇ ਚੀਜ਼ਾਂ ਨੇ। ਸਾਡਾ ਥੋੜੀ ਫਰਜ਼ ਹੈ ਇਹ ਚੀਜ਼ਾਂ, ਇਹ ਨਿਰਣੇ ਕਰਨ ਦਾ। ਕੱਚ ਪਕਾਈ ਉੱਥੇ ਪਾਏ, ਉੱਥੇ ਫੈਸਲਾ ਹੋਏਗਾ ਇਸ ਚੀਜ਼ ਦਾ ਕੌਣ ਮਨਮੁਖ ਹੈ, ਕੌਣ ਗੁਰਮੁਖ ਹੈ, ਕੌਣ ਕੱਚਾ ਹੈ, ਕੌਣ ਪੱਕਾ ਹੈ। ਇਹ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਪਤਾ ਲੱਗੇਗਾ। ਇਹਦਾ ਨਿਰਣਾ ਅਕਾਲ ਪੁਰਖ ਨੇ ਕਰਨਾ ਹੈ, ਦਰਗਾਹ ਦੇ ਵਿੱਚ ਹੋਣਾ ਹੈ। ਨਾਨਕ ਜੋਤ ਆਖਦੀ ਹੈ, ਨਾਨਕ ਗਇਆਂ ਜਾਪੈ ਜਾਏ। ਇੱਥੇ ਐੜਾ ਐੜੇ ਨੂੰ ਕੰਨਾਂ ਤੇ ਇੱਥੇ ਉਚਾਰਨ ਬਿੰਦੀ ਦਾ ਹੋਣਾ, ਗਇਆਂ।
ਉੱਥੇ ਪਹੁੰਚਣ ਤੋਂ ਬਾਅਦ ਜਾਪੈ ਜਾਏ। ਇਹ ਕੱਚੇ ਪੱਕੇ ਦਾ ਪਤਾ ਉੱਥੋਂ ਤੱਕ ਪਹੁੰਚ ਕੇ ਨਾਨਕ ਗਿਆ ਜਾਪੇ ਜਾਏ, ਉਸ ਅਵਸਥਾ ਦੇ ਵਿੱਚ ਜਾ ਕੇ ਪਤਾ ਲੱਗਣਾ ਇਸ ਬਾਰੇ। ਇੱਥੇ ਆ 34 ਨੰਬਰ ਜਿਹੜਾ ਪਦਾ ਕੰਪਲੀਟ ਹੋ ਗਿਆ। ਹੁਣ ਆਪਾਂ ਥੋੜੀ ਜਿਹੀ ਵਿਚਾਰ ਅੱਗੇ ਲੈ ਕੇ ਜਾਈਏ। ਬੜੀ ਇੱਕ ਜ਼ਬਰਦਸਤ ਚੀਜ਼ ਸਾਨੂੰ ਮਿਲਦੀ ਹੈ ਵੀ ਇਹਦੀ ਅਜੇ ਕਲੋਜ਼ਿੰਗ ਨਹੀਂ ਹੋਈ। ਅਜੇ ਧਰਮਖੰਡ ਦੀ ਕਲੋਜ਼ਿੰਗ ਨਹੀਂ ਹੋਈ। ਨਾਨਕ ਜੋਤ ਨੇ ਬੇਸ਼ੱਕ ਕਹਿਤਾ ਕਿ ਗਿਆ ਜਾਪੇ ਜਾਏ, ਉੱਥੇ ਪਹੁੰਚ ਕੇ ਇਹਨਾਂ ਚੀਜ਼ਾਂ ਦਾ ਸਾਨੂੰ ਪਤਾ ਲੱਗਣਾ। ਕਿੰਨਾਂ ਚੀਜ਼ਾਂ ਦਾ? ਪ੍ਰਭੂ ਦੇ ਦਰਬਾਰ ਦੀ ਸਿਰਫ ਗੱਲ ਜਿਹੜੀ ਹੋ ਰਹੀ ਹੈ, ਆ ਦਰਬਾਰ ਤੋਂ ਬਾਅਦ ਜਿਹੜੀ ਗੱਲ ਕੀਤੀ ਹੈ, ਇਸ ਦੀ ਮੈਂ ਗੱਲ ਕਰ ਰਿਹਾ। ਬਾਕੀ ਆ ਸਾਰਾ ਕੁਝ ਸਾਡੇ ਸਾਹਮਣੇ ਹੈ। ਦਿਨ ਰਾਤ, ਤਰੀਕਾਂ, ਪੌਣ ਪਾਣੀ, ਅਗਨੀ, ਪਤਾਲ, ਹੈ ਨਾ, ਇਹ ਸਾਰਾ ਕੁਝ ਸਾਡੇ ਸਾਹਮਣੇ ਹੈ। ਇਹ ਅਗਲੀ ਗੱਲ ਸਿਰਫ ਦਰਬਾਰ ਦੀ ਹੋ ਰਹੀ ਹੈ। ਨਾਨਕ ਗਿਆ ਜਾਪੇ ਜਾਏ ਅਧਿਆਤਮ ਦੀ ਯਾਤਰਾ ਹੈ ਕਿ ਦੁਨੀਆ ਚ ਆ ਕੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਨੂੰ ਕਿੰਨਾ ਕੁ ਅਸੀਂ ਅਵੇਲ ਕੀਤਾ, ਕਿੰਨਾ ਕੁ ਅਸੀਂ ਧਿਆਨ ਦਿੱਤਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗ ਤੇ ਭਜ ਕੇਵਲ ਨਾਮ। ਕਿੰਨਾ ਕੁ ਅਸੀਂ ਧਿਆਨ ਦਿੱਤਾ। ਸੋ ਆਹ ਗੱਲ ਸੀ ਕਿ ਇੱਥੇ ਅਜੇ ਕਲੋਜ਼ਿੰਗ ਨਹੀਂ ਹੋਈ ਧਰਮਖੰਡ ਦੀ। ਨਾਨਕ ਜੋਤ ਬੇਸ਼ੱਕ ਕਹਿ ਰਹੀ ਹੈ ਕਿ ਉੱਥੇ ਪਹੁੰਚ ਕੇ ਹੀ, ਇਸ ਅਵਸਥਾ ਚ ਪਹੁੰਚ ਕੇ ਹੀ ਕੱਚੇ ਪੱਕੇ ਦਾ ਪਤਾ ਲੱਗਣਾ, ਮਨਮੁਖ ਗੁਰਮੁਖ ਦਾ ਪਤਾ ਲੱਗਣਾ। ਕੀ ਕਹਿੰਦੇ ਹੈਗੇ? ਕਹਿੰਦੇ ਧਰਮਖੰਡ ਕਾ ਇਹੋ ਧਰਮ। ਇਹੀ ਧਰਮਖੰਡ ਦੀਆਂ ਗੱਲਾਂ ਨੇ। ਧਰਮਖੰਡ ਦਾ ਇਹੋ ਲਾਈਫ ਸਟਾਈਲ ਹੈ। ਹੁਣ ਧਰਮਖੰਡ ਦੀ ਗੱਲ ਹੋ ਰਹੀ ਹੈ। ਧਰਮਖੰਡ ਦੀ ਗੱਲ ਹੋ ਰਹੀ ਹੈ, ਪਰ ਇੱਥੇ ਉਹਦੀ ਕਲੋਜ਼ਿੰਗ ਹੋ ਰਹੀ ਹੈ ਅਗਲੇ ਪਦੇ ਦੀ ਪਹਿਲੀ ਲਾਈਨ ਦੇ ਵਿੱਚ। 35 ਨੰਬਰ ਪਦਾ, 34 ਨੰਬਰ ਪਦਾ ਕਹਿ ਰਿਹਾ ਕਿ ਨਾਨਕ ਗਿਆ ਜਾਪੇ ਜਾਏ। ਅਗਲੇ ਪਦੇ ਦੀ ਪਹਿਲੀ ਲਾਈਨ ਕਹਿ ਰਹੀ ਹੈ ਧਰਮਖੰਡ ਕਾ ਇਹੋ ਧਰਮ। ਕਿ ਧਰਮਖੰਡ ਦੀਆਂ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਨੇ, ਆਹੀ ਕੁਛ ਹੈ ਜਿਹੜਾ ਉਪਰੋਕਤ ਆਪਾਂ ਜ਼ਿਕਰ ਕੀਤਾ। ਕਿ ਧਰਮਖੰਡ ਦੇ ਵਿੱਚ ਜਿਹੜਾ ਪਿਛਲੇ ਪਦੇ ਦੇ ਵਿੱਚ ਪਦਾ ਨੰਬਰ ਜਿਹੜਾ ਪਿਛਲਾ ਅਸੀਂ ਵਿਚਾਰਿਆ 34, ਉਹ ਜੀਵਨ ਸ਼ੈਲੀ ਹੈ, ਉੱਪਰ ਵਰਗੀ ਜੀਵਨ ਸ਼ੈਲੀ ਹੈ। ਧਰਮਖੰਡ ਕਾ ਇਹੋ ਧਰਮ, ਉੱਪਰ ਵਰਗੀ ਜੀਵਨ ਸ਼ੈਲੀ ਜਿਹੜੀ ਹੈ, ਉਹ ਸਿਸਟਮ ਜਿਹੜਾ ਹੈ ਉਹ ਧਰਮਖੰਡ ਦੇ ਵਿੱਚ ਹੈ। ਹੁਣ ਗਿਆਨ ਖੰਡ ਦੇ ਵਿੱਚ ਕੀ ਆ ਹੈ? ਅਗਲੀ ਹੁਣ ਬੱਚਾ ਜਿੱਦਾਂ ਇੱਕ ਜੰਮਿਆ, ਉਹਨੇ ਰਿੜਨਾ ਸਿੱਖਿਆ, ਹੌਲੀ ਹੌਲੀ ਉਹ ਵੱਡਾ ਹੋਇਆ ਐਜੂਕੇਸ਼ਨ ਲਈ, ਉਹਨੂੰ ਦੁਨਿਆਵੀ ਸਮਾਜਿਕ ਗੱਲਾਂ ਦਾ ਪਤਾ ਲੱਗਣਾ ਆਰੰਭ ਹੋਇਆ। ਹਰ ਚੀਜ਼ ਦੀ ਉਹਨੂੰ ਐਨਾਲਿਸਿਸ ਕਰਨ ਦਾ ਜਿਹੜਾ ਦਿਮਾਗ ਹੈ ਉਹ ਡਿਵੈਲਪ ਹੋ ਗਿਆ। ਹਰ ਚੀਜ਼ ਨੂੰ ਉਹਦੀ ਸੋਚਣ ਸ਼ਕਤੀ ਜਿਹੜੀ ਵੱਧ ਗਈ ਹੈ। ਉਹਦੇ ਕੋਲ ਇੱਕ ਵੱਖਰੀ ਹੁਣ ਵੋਕੈਬਲਰੀ ਹੈ, ਇੱਕ ਵੱਖਰੀ ਕਿਸਮ ਦੀ ਸੋਚ ਸ਼ੈਲੀ ਹੈ ਉਹਦੇ ਕੋਲ। ਹੁਣ ਉਹ ਰਿੜਦਾ ਨਹੀਂ ਹੈ, ਹੁਣ ਤੁਰਦਾ ਨੱਠਦਾ ਵੀ ਹੈ। ਹੁਣ ਉਹਨੂੰ ਇਹ ਵੀ ਪਤਾ ਹੈ ਕਿ ਮੈਂ ਕਿੱਦਾਂ ਦਾ ਲਾਈਫ ਸਟਾਈਲ ਆਪਣਾ ਰੱਖਣਾ ਹੈ, ਮੈਂ ਕਿੰਨੀ ਮਿਹਨਤ ਕਰਨੀ ਹੈ, ਮੈਂ ਕੀ ਬਣਨਾ ਜ਼ਿੰਦਗੀ ਦੇ ਵਿੱਚ। ਦੁਨਿਆਵੀ ਆਪਾਂ ਗੱਲ ਕਰ ਰਹੇ ਹਾਂ ਕਿ ਪੜ੍ਹ ਲਿਖ ਗਿਆ ਤੇ ਹੁਣ ਉਹ ਡਿਸਾਈਡ ਕਰੂਗਾ ਵੀ ਮੈਂ ਬਣਨਾ ਕੀ ਹੈ, ਮੈਂ ਜਾਣਾ ਕਿੱਥੇ ਹੈ, ਮੈਂ ਕਿਹੜੀ ਜੌਬ ਕਰਨੀ ਹੈ, ਮੈਂ ਕਿੱਦਾਂ ਦੀ ਜ਼ਿੰਦਗੀ ਬਤੀਤ ਕਰਨੀ ਹੈ ਔਰ ਕਿੱਥੇ ਜ਼ਿੰਦਗੀ ਬਤੀਤ ਕਰਨੀ ਹੈ। ਇਹ ਹੁਣ ਗੱਲ ਆ ਗਈ ਅੱਗੇ ਗਿਆਨ ਖੰਡ ਦੀ। ਗਿਆਨ ਖੰਡ ਹੁਣ ਨੌਲੇਜ ਵੀ ਆ ਗਈ, ਐਜੂਕੇਸ਼ਨ ਵੀ ਆ ਗਈ, ਕੁਆਲੀਫਿਕੇਸ਼ਨ ਵੀ ਆ ਗਈ।
ਧਰਮਖੰਡ ਦੀ ਅਸੀਂ ਗੱਲ ਕਰ ਦਿੱਤੀ ਹੈ ਕਿ ਇਹ ਇੱਕ ਲਾਈਫ ਸਟਾਈਲ ਹੈ, ਇਹ ਇੱਕ ਸਾਡੇ ਸਾਹਮਣੇ ਜੋ ਵਰਤਾਰਾ ਵਰਤ ਰਿਹਾ ਅੱਧਾ ਹਿੱਸਾ ਤੇ ਉਹੀ ਹੈ। ਦੂਸਰਾ ਫਿਰ ਇੱਥੋਂ ਪਹੁੰਚ ਕਰਨੀ ਹੈ ਅਸੀਂ ਅਕਾਲ ਪੁਰਖ ਦੇ ਦਰਬਾਰ ਤੇ। ਉਸ ਦਰਬਾਰ ਦੀ ਗੱਲ ਆਈ ਹੈ, ਇਹ ਵੀ ਇੱਕ ਮਾਈਂਡ ਸੈਟ ਹੈ, ਇੱਕ ਅਵਸਥਾ ਹੈ। ਕੋਈ ਨਹੀਂ ਉਹ ਦਰਬਾਰ ਕਿਤੇ ਉਹ ਕਟਹਿਰੇ ਲਾ ਕੇ ਬੈਠਾ, ਇਦਾਂ ਦਾ ਕੰਮ ਕਿਤੇ ਨਹੀਂ ਹੈ ਵੀ ਕੋਟ ਲੱਗਾ ਉੱਥੇ ਉੱਥੇ ਇਹ ਕੰਮ ਇਦਾਂ ਦਾ ਕਿਤੇ ਨਹੀਂ ਹੈ। ਐਕਚੁਅਲੀ ਸਾਰਾ ਇਹ ਮਾਈਂਡ ਸੈਟ ਹੀ ਹੈ। ਇਹਦਾ ਜ਼ਿਕਰ ਆਪਾਂ ਅੱਗੇ ਕਰਾਂਗੇ। ਹੁਣ ਆਪਾਂ ਚੱਲੀਏ ਗਿਆਨ ਖੰਡ ਵੱਲ। ਗਿਆਨ ਖੰਡ का आखो कर्म, ਗਿਆਨ ਖੰਡ ਦੇ ਵਿੱਚ ਵਿਵੇਕ ਬੁੱਧੀ ਲਈ ਗਿਆਨਵਾਨ ਹੋਣ ਵਾਸਤੇ नाम जपना ही कर्म है, नाम जपना ही सर्वश्रेष्ठ है। आखो आखना, लख लख गेड़ा आखी है, एक नाम जगदीश। इसे करके मैं लाइन रिपीट की सी कि नाम जपना भी एक कर्म है, लेकिन वो पॉजिटिव कर्म है, सब तो उत्तम कर्म है, सब तो श्रेष्ठ कर्म है, सब तो उच्चा ते सुच्चा कर्म है। ज्ञान नाल सांझ पाके उस ज्ञान ते अमल करना। अदरवाइज ज्ञान किन्ना किन्ना ज्ञान सी थॉमस एलनस्टाइन जिन्होंने कई कई कुछ सानू खोज खोज के देता, न्यूटन वर्गे किन्ना इन्हां कोल ज्ञान सी। गल इत्थे है कि ज्ञान इकट्ठा करके असीं सुन के अभ्यास दे विच किन्ना लैके आए, अपने ਉਹਨੂੰ ਅਡਾਪਟ ਕਿੰਨਾ ਕੀਤਾ। ਗਿਆਨ ਖੰਡ का आखो कर्म, ਹੁਣ ਗਿਆਨ ਖੰਡ ਚ ਪਹੁੰਚ ਗਏ ਤੇ ਕੋਈ ਤਬਦੀਲੀ ਉੱਥੇ ਆਏਗੀ ਧਰਮਖੰਡ ਦੇ ਨਾਲੋਂ। ਧਰਮਖੰਡ ਦੇ ਵਿੱਚ ਅਸੀਂ ਸਾਹਮਣੇ ਆਪਣੇ ਦੇਖ ਰਹੇ ਹਾਂ ਧਰਤੀ, ਅੱਗ, ਪਾਣੀ, ਤਰੀਕਾਂ, ਦਿਨ ਰਾਤ, ਜੀਵ ਦੇਖ ਰਹੇ ਹਾਂ ਵੱਖਰੇ ਵੱਖਰੇ ਰੰਗ ਰੂਪਾਂ ਦੇ। ਫਿਰ ਅਸੀਂ ਉੱਥੋਂ ਧਰਮਖੰਡ ਦੇ ਵਿੱਚੋਂ ਸਿੱਧੀ ਪਹੁੰਚ ਕਰਨੀ ਹੈ ਅਕਾਲ ਪੁਰਖ ਦੇ ਦਰਬਾਰ ਦੀ ਗੱਲ ਹੋ ਰਹੀ ਹੈ। ਉਸ ਦਰਬਾਰ ਦੇ ਵਿੱਚ ਪੰਚ ਪ੍ਰਵਾਨ ਦੀ ਗੱਲ ਹੋ ਰਹੀ ਹੈ, ਕੱਚੇ ਪੱਕੇ ਦੀ ਗੱਲ ਆਈ ਹੈ, ਉਹਦੇ ਨਿਰਣੇ ਦੀ ਗੱਲ ਆਈ ਹੈ। ਇਹ ਉੱਥੋਂ ਤੱਕ ਪਹੁੰਚ ਕੇ ਹੀ ਪਤਾ ਲੱਗਣੀ ਹੈ। ਉੱਥੋਂ ਤੱਕ ਪਹੁੰਚ ਕੇ ਇੱਥੇ ਜਿਹੜਾ ਲਫ਼ਜ਼ ਹੈ ਨਾਮ ਜਪਣ ਦਾ ਜ਼ਿਕਰ ਹੈ, ਉਹ ਐਸ ਸ਼ਬਦ ਦੇ ਵਿੱਚ ਹੈ। ਕਰਮੀ ਕਰਮੀ ਹੋਏ ਵਿਚਾਰ, ਵਿਚਾਰ ਦੇ ਰਾਰੇ ਨੂੰ ਔਂਕੜ ਹੈ। ਇਹੀ ਗੱਲਾਂ ਧਿਆਨ ਦੇਣੀਆਂ ਨੇ। ਹਰ ਕੋਈ ਆਪਣੇ ਆਪਣੇ, ਹਰ ਕੋਈ ਜੀਵ ਆਪਣੇ ਆਪਣੇ ਕਰਮਾਂ ਦੇ ਅਨੁਸਾਰ ਅਕਾਲ ਪੁਰਖ ਦੇ ਨਾਮ ਦੀ ਬੰਦਗੀ ਕਰ ਰਿਹਾ ਹੈ ਧਰਮਖੰਡ ਦੇ ਵਿੱਚ। ਠੀਕ ਹੈ। ਅੱਗੇ ਹੁਣ 35 ਨੰਬਰ ਪਦੇ ਦੀ ਗੱਲ ਹੈ ਵੀ ਇਹ ਧਰਮਖੰਡ ਤੋਂ ਭਗਤੀ ਸ਼ੁਰੂ ਹੁੰਦੀ ਹੈ, ਗਿਆਨ ਆ ਗਿਆ, ਗਿਆਨ ਖੰਡ ਚ ਪਹੁੰਚ ਗਿਆ, ਗਿਆਨ ਖੰਡ ਚ ਪਹੁੰਚ ਕੇ ਉੱਤਮ ਕਰਮ ਜਿਹੜਾ ਉਹ ਤਬਦੀਲ ਹੋਇਆ? ਨਹੀਂ ਤਬਦੀਲ ਹੋਇਆ। ਆਖੋ ਕਰਮ, ਉੱਥੇ ਵੀ ਜਿਹੜਾ ਉਹ ਸ਼ਬਦ ਅਭਿਆਸ ਉਸੇ ਤਰ੍ਹਾਂ ਉੱਤਮ ਕਰਮ ਹੋਏਗਾ। ਗਿਆਨ ਖੰਡ ਦੇ ਵਿੱਚ ਨੌਲੇਜ ਆ ਗਈ, ਗਿਆਨ ਆ ਗਿਆ, ਪਤਾ ਲੱਗ ਗਿਆ ਰੱਬ ਤੱਕ ਪਹੁੰਚ ਕਿਵੇਂ ਕਰਨੀ ਹੈ। ਨਾਮ ਜਪਣਾ ਛੱਡ ਦਾਂਗੇ, ਗਿਆਨ ਹੋ ਗਿਆ ਬਸ? ਨਹੀਂ। ਆਖੋ ਕਰਮ, ਉਸ ਦਾ ਸ਼ਬਦ ਅਭਿਆਸ ਨਹੀਂ ਛੱਡਣਾ, ਨਾ ਹੀ ਹੁਕਮ ਹੈ। ਗਿਆਨ ਲੈ ਕੇ ਵੀ ਉਸ ਸ਼ਬਦ ਦੀ ਕਮਾਈ ਅਭਿਆਸੀ ਨੇ ਕਰਨੀ। ਹੁਣ ਗਿਆਨ ਖੰਡ ਚ ਪਹੁੰਚ ਗਏ ਆ, ਬੜੇ ਬੜੇ ਇੱਥੇ ਧਿਆਨ ਦਿਓ, ਹੁਣ ਜਰਾ ਗੱਲ ਤੇ ਧਿਆਨ ਦਿਓ। ਗਿਆਨ ਖੰਡ ਚ ਪਹੁੰਚ ਗਏ ਆ, ਹੁਣ ਗਿਆਨੀ ਲੋਕਾਂ ਦਾ ਜ਼ਿਕਰ ਸ਼ੁਰੂ ਹੋਣ ਲੱਗਾ। ਆ ਦੇਖਿਓ, ਕੇਤੇ ਪਵਨ ਪਾਣੀ ਵਹਿ ਸੰਤਰ, ਕੇਤੇ ਕਾਨ ਮਹੇਸ਼।
ਗਿਆਨ ਖੰਡ ਵਿੱਚ ਕਿੰਨੇ ਹੀ ਤਰ੍ਹਾਂ ਦੇ ਪੌਣ ਪਾਣੀ ਤੇ ਅਗਨੀਆਂ ਨੇ, ਕਿੰਨੇ ਹੀ ਕ੍ਰਿਸ਼ਨ ਕਨਈਏ ਨੇ, ਕਿੰਨੇ ਹੀ ਸ਼ਿਵ ਨੇ। ਕਾਨ, ਆ ਜਿਹੜਾ ਕਾਨ ਲਫ਼ਜ਼ ਹੈ, ਇਹ ਕਾਨਾ ਕ੍ਰਿਸ਼ਨ ਦਾ ਨਾਮ ਹੈ। ਕ੍ਰਿਸ਼ਨ ਦੇ ਵੀ ਬਹੁਤ ਨਾਮ ਰੱਖੇ ਹਨ। ਆ ਪੜੋ, ਸੰਗਿਆ ਕਰਨ ਕੰਨ, ਇਹ ਕਾਨਾ ਹੈ, ਇਹ ਕ੍ਰਿਸ਼ਨ ਦਾ ਨਾਮ ਹੈ, ਇਹ ਕੋਈ ਹੋਰ ਚੀਜ਼ ਨਹੀਂ ਹੈ। गावें गोपियां गावें कान, ये कृष्ण का जिक्र है। ਗਿਆਨੀ ਗਿਆਨ ਖੰਡ ਦੇ ਵਿੱਚ ਗਿਆਨੀ ਲੋਕਾਂ ਦਾ ਜ਼ਿਕਰ ਹੈ। ਕਿੰਨੇ ਹੀ ਉੱਥੇ ਕਾਨੇ ਨੇ, ਕਿੰਨੇ ਹੀ ਮਹੇਸ਼ ਨੇ ਉੱਥੇ। केते बरमे घाड़त घड़िया रूप रंग के वेश, कई ब्रह्मे जग साजन लाए। ਗਿਆਨ ਖੰਡ ਵਿੱਚ ਕਿੰਨੇ ਹੀ ਬਰਮੇ ਵੱਖੋ ਵੱਖਰੇ ਰੂਪਾਂ ਰੰਗਾਂ ਵੇਸ਼ਾਂ ਵਾਲੇ ਜੀਵਾਂ ਦੀ ਸਿਰਜਣਾ ਵਿੱਚ ਯੋਗਦਾਨ ਪਾ ਰਹੇ ਨੇ। ਗਿਆਨੀ ਲੋਕਾਂ ਦਾ ਜ਼ਿਕਰ ਹੈ। ਕੇਤੀਆਂ ਕਰਮ ਭੂਮੀ ਮੇਰ केते केते ਧੂ ਉਪਦੇਸ਼। ਕਿੰਨੀਆਂ ਹੀ ਕਰਮ ਭੂਮੀਆਂ ਨੇ, ਕਰਮ ਭੂਮੀ where there is life। ਕਿੰਨੇ ਹੀ ਪਰਬਤ ਨੇ, ਕਿੰਨੇ ਹੀ ਧਰੂ ਵਰਗੇ ਭਗਤ ਨੇ, ਔਰ ਕਿੰਨੇ ਹੀ ਧਰੂ ਵਰਗੇ ਭਗਤਾਂ ਨੂੰ ਉਪਦੇਸ਼ ਦੇਣ ਵਾਲੇ ਨੇ। ਫਿਰ ਸੁਣਿਓ, ਕਿੰਨੀਆਂ ਹੀ ਕਰਮ ਭੂਮੀਆਂ ਨੇ ਜਿੱਥੇ ਜੀਵਨ ਹੈ, ਕਿੰਨੇ ਪਰਬਤ, ਕਿੰਨੇ ਹੀ ਧਰੂ ਵਰਗੇ ਭਗਤ ਨੇ, ਔਰ ਕਿੰਨੇ ਹੀ ਧਰੂ ਵਰਗੇ ਭਗਤਾਂ ਨੂੰ ਉਪਦੇਸ਼ ਦੇਣ ਵਾਲੇ ਨੇ। केते इंद चंद सूर केते केते मंडल देश। किन्ने ही इंद्र ने, किन्ने ही चंद ने, किन्ने ही सूरज ने, किन्ने ही मंडल ते देश ने। केते सिद्ध बुद्ध नाथ केते केते देवी वेश। किन्ने ही सिद्धि प्राप्त बुद्ध, पुगे हुए जोगी ਅਤੇ ਦਿਵ ਦ੍ਰਿਸ਼ਟੀ ਵਾਲੇ ਭਗਤ ਨੇ। ਦੇਵੀ ਵੇਸ, ਦੇਵੀ ਗੁਣ ਜਿਨ੍ਹਾਂ ਦੇ ਵਿੱਚ ਨੇ, ਦੇਵੀ ਡਿਸਿਪਲਿਨ ਜਿਨ੍ਹਾਂ ਦੇ ਅੰਦਰ ਆ ਗਿਆ, ਦੇਵੀ ਅਵਸਥਾ ਜਿਨ੍ਹਾਂ ਦੇ ਅੰਦਰ ਆ ਗਈ। ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ। ਇਹ ਐਸੀ ਦ੍ਰਿਸ਼ਟੀ ਹੈ ਜਿਹੜੀ ਪਾਸਟ ਵੀ ਦੇਖ ਲੈਂਦੀ ਹੈ, ਪ੍ਰੈਜ਼ੈਂਟ ਦੇਖ ਰਹੀ ਹੈ, ਤੇ ਜਿਹੜੀ ਫਿਊਚਰ ਵੀ ਦੇਖ ਲੈਂਦੀ ਹੈ। केते देव दानव मुन केते केते रतन समुंद। ਗਿਆਨ ਖੰਡ ਵਿੱਚ ਕਿੰਨੇ ਹੀ ਰਾਖਸ਼, ਕਿੰਨੇ ਹੀ ਰਿਸ਼ੀ ਮੁਨੀ, ਔਰ ਕਿੰਨੇ ਹੀ ਰਤਨਾਂ ਦੇ ਭਰੇ ਸਾਗਰ ਨੇ, ਹੀਰੇ ਜਵਾਹਰਾਤਾਂ ਦੇ ਭਰੇ ਸਮੁੰਦਰ ਨੇ। ਗਿਆਨ ਖੰਡ ਦੀ ਗੱਲ ਹੋ ਰਹੀ ਹੈ। ਇਹ ਇੱਕ ਟੋਟਲੀ ਮਾਈਂਡ ਸੈਟ ਹੈ, ਇਹ ਬਾਹਰ ਨਹੀਂ ਕਿਤੇ ਮਿਲਣਾ। ਗਿਆਨ ਦੀ ਗੱਲ ਹੈ। ਗਿਆਨ ਨੂੰ ਕਿਹਾ ਜਾ ਰਿਹਾ ਵੀ ਇਹਦਾ ਕੋਈ ਅੰਤ ਹੀ ਨਹੀਂ ਹੈ। ਗਿਆਨ ਦਾ ਕੋਈ ਅੰਤ ਨਹੀਂ ਹੈ, ਕਿੰਨਾ ਕੁ ਇਕੱਠਾ ਕਰੀ ਜਾਵਾਂਗੇ। केतिया खानी केतिया बाणी केते पात नरिंद। ਗਿਆਨ ਖੰਡ ਵਿੱਚ 4 ਖਾਣੀਆਂ ਨੇ। ਖਾਣੀਆਂ ਅੰਡਜ, ਜੇਰਜ, ਸੇਤਜ, ਉਤਪੁਜ। ਕਿੰਨੀਆਂ ਹੀ ਬੋਲੀਆਂ ਨੇ, ਕਿੰਨੇ ਹੀ ਰਾਜੇ ਨੇ, ਤੇ ਕਿੰਨੇ ਹੀ ਨਰਿੰਦ। ਇੱਕ ਹੁੰਦਾ ਨਾ केतिया खानी केतिया बाणी केते पात नरिंद। ਨਰਿੰਦ ਤਾਈਓ ਆ ਜਿਹੜੇ ਆ ਹੁਣ ਚਲੋ ਪਟਿਆਲੇ ਨੂੰ ਬਿਲੋਂਗ ਕਰਦੇ ਆ, ਇਹ ਤਾਈਓ ਜਿਹੜੇ ਨਾਂ ਰੱਖੇ ਜਾਂਦੇ ਸੀ ਨਾ, ਨਰਿੰਦਰ ਸਿੰਘ, ਨਰਿੰਦ, ਇਹ ਤਾਂ ਨਾਮ, ਇਹ ਤਾਂ ਇੱਥੇ ਜ਼ਿਕਰ ਆਇਆ ਵੀ ਇਹ ਨਰਿੰਦ ਉਹਨਾਂ ਨੂੰ ਹੀ ਕਹਿੰਦੇ ਆ, ਰਾਜੇ ਮਹਾਰਾਜਿਆਂ ਨੂੰ ਕਹਿੰਦੇ। केतिया खानी केतिया बाणी केते पात नरिंद।
ਗਿਆਨ ਖੰਡ ਦੇ ਵਿੱਚ 4 ਖਾਣੀਆਂ, ਭਿੰਨ ਭਿੰਨ ਬੋਲੀਆਂ, ਕਿੰਨੇ ਰਾਜੇ, ਕਿੰਨੇ ਨਰਿੰਦ ਨੇ। ਕੀਤੀਆ ਸੁਰਤੀ ਸੇਵਕ ਕੀਤੇ, ਨਾਨਕ ਅੰਤ ਨ ਅੰਤ। ਗਿਆਨ ਖੰਡ ਦੇ ਵਿੱਚ ਸੁਰਤੇ ਅਭਿਆਸੀ ਰੂਹਾਂ, ਸੁਰਤ ਮਾਰਗ ਦੇ ਪਾਂਧੀ ਸੇਵਕ ਹਾਜ਼ਰ ਨੇ, ਔਰ ਗਿਆਨ ਖੰਡ ਦਾ ਕੋਈ ਹੱਦ ਬੰਨਾ ਨਹੀਂ ਮਿਲਦਾ, ਨਾਨਕ ਅੰਤ ਨਾ। ਗਿਆਨ ਦਾ ਕੋਈ ਅੰਤ ਨਹੀਂ ਹੈ, ਜਿੰਨਾ ਮਰਜ਼ੀ ਇਕੱਠਾ ਕਰੀ ਜਾਓ, ਪਰ ਇੱਕ ਥਾਂ ਤੇ ਸਾਨੂੰ ਇੱਕ ਹੁਕਮ ਬਾਣੀ ਚ ਮਿਲ ਗਿਆ, ਮਨ ਸਮਝਾਵਣ ਕਾਰਨੇ ਕਛਕ ਪੜੀਐ ਗਿਆਨ। ਇਹ ਵੀ ਕੁਝ ਜ਼ਿਆਦਾ ਇਕੱਠਾ ਕਰਨ ਦੀ ਲੋੜ ਨਹੀਂ ਹੈ। ਇੱਕ ਦੁਨਿਆਵੀ ਬੱਚਾ, ਆਪਾਂ ਜ਼ਿਕਰ ਐਗਜ਼ਾਮਪਲ ਨਾਲ ਨਾਲ ਤੋਰ ਰਹੇ ਹਾਂ, ਇਹ ਵੀ ਇੱਕ ਸਾਡੀ ਜਿਹੜੀ ਦੁਨਿਆਵੀ ਚੀਜ਼ ਚੱਲ ਰਹੀ ਹੈ, ਇਹ ਵੀ ਨਾਲ ਨਾਲ ਹੀ ਚੱਲ ਰਹੀ ਹੈ ਸਾਡੇ। ਹੁਣ ਇੱਕ ਬੰਦਾ ਕਿੰਨੀਆਂ ਕੁ ਡਿਗਰੀਆਂ ਕਰ ਲੂ, ਇੱਕ ਇੰਜੀਨੀਅਰ ਜਿਹੜਾ ਉਹ ਮਕੈਨੀਕਲ ਇੰਜੀਨੀਅਰ ਬਣ ਜੂ, ਇਲੈਕਟ੍ਰੀਕਲ ਇੰਜੀਨੀਅਰ ਵੀ ਬਣ ਜੂਗਾ, ਉਹ ਕਿੰਨੀਆਂ ਕੁ ਕਰ ਲੂ, ਇੰਜੀਨੀਅਰਿੰਗ ਵੀ ਕਿੰਨੀਆਂ ਨੇ, ਹਿਊਮੈਨਿਟੀ ਦੇ ਸੈਕਸ਼ਨ ਵੀ ਬਹੁਤ ਨੇ, ਸੋਸ਼ੋਲੋਜੀ ਹੈ, ਪੋਲੀਟੀਕਲ ਸਾਇੰਸ ਹੈ, ਇੰਗਲਿਸ਼ ਹੈ, ਪੰਜਾਬੀ ਹੈ, ਕੋਈ ਹੋਰ ਲੈਂਗੁਏਜ ਹੈ, ਪਬਲਿਕ ਐਡਮਿਨਿਸਟ੍ਰੇਸ਼ਨ ਹੈ, ਇਕਨੋਮਿਕ, ਕਿੰਨਾ ਕੁ ਕਰ ਲੂਗਾ ਕੋਈ, ਕਿੰਨਾ ਕੁ ਗਿਆਨ ਇਕੱਠਾ ਕਰ ਲੂਗਾ। ਹੁਣ ਇਹ ਸਾਨੂੰ ਇੱਕ ਤੁਕ ਮਿਲੀ ਹੈ, ਇੱਕ ਹੁਕਮ ਮਿਲਿਆ, ਕਹਿੰਦੇ ਤੁਰਕ ਤਰੀਕਤ ਜਾਨੀਆਂ ਹਿੰਦੂ ਵੇਦ ਪੁਰਾਣ, ਮਨ ਸਮਝਾਵਣ ਕਾਰਨੇ ਕਛੁਅਕ ਪੜੀ ਹੈ ਗਿਆਨ। ਹੁਣ ਸਮਝ ਆ ਰਿਹਾ ਕਿ ਨਹੀਂ ਆ ਰਿਹਾ? ਇਹ ਹੁਣ ਜਿਉਂ-ਜਿਉਂ ਅਭਿਆਸ ਅਸੀਂ ਕਰਾਂਗੇ ਸ਼ਬਦ ਦਾ, ਤਿਉਂ-ਤਿਉਂ ਇਹ ਚੀਜ਼ਾਂ ਸਾਡੇ ਅੰਦਰ ਕਲੀਅਰ ਹੁੰਦੀਆਂ ਜਾਣਗੀਆਂ। ਮਨ ਸਮਝਾਵਣ ਕਾਰਨੇ ਕਛੁਅਕ ਪੜੀ ਹੈ ਗਿਆਨ। ਥੋੜੇ ਗਿਆਨ ਦੀ ਲੋੜ ਹੈ, ਇੱਕੋ ਸੈਕਸ਼ਨ ਸਾਨੂੰ ਕਲੀਅਰ ਕਰਨ ਦੀ ਲੋੜ ਹੈ ਵੀ ਸਾਨੂੰ ਜਨਮ ਮਿਲਿਆ ਹੈ, ਭਈ ਪ੍ਰਾਪਤ ਮਾਨੁਖ ਦੇਹ ਰਿਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਹ ਆਹੀ ਕੰਮ ਕਰਨਾ ਬਸ, ਹੋਰ ਦੂਜਾ ਕੋਈ ਰਾਸਤਾ ਹੀ ਨਹੀਂ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਉਦਮ ਮੈਂ ਉਦਮ ਭਲਾ, ਹਰ ਕੋ ਨਾਮ ਜਪੋ ਜੀ ਸਦਾ। ਕਛੁਅਕ ਪੜੀ ਹੈ ਗਿਆਨ, ਉਹ ਇੰਨਾ ਇਕੱਠਾ ਕਰਕੇ ਕਿੱਧਰ ਲਿਜਾਵਾਂਗੇ? ਕਈ ਵਾਰੀ ਦਿਮਾਗ ਤੇ ਵੀ ਇਹਦਾ ਅਸਰ ਹੋ ਜਾਂਦਾ। ਕਿੰਨਾ ਕੁ ਗਿਆਨ ਇਕੱਠਾ ਕਰ ਲਾਂਗੇ? ਮਨ ਨੂੰ ਸੁਚੱਜਾ ਜੀਵਨ ਦੇਣ ਲਈ ਥੋੜਾ ਬਹੁਤ ਗਿਆਨ ਕਾਫੀ ਹੁੰਦਾ ਹੈ। ਮਨ ਨੂੰ ਸੁਚੱਜਾ, ਉੱਚਾ, ਸੁੱਚਾ ਜੀਵਨ ਦੇਣ ਵਾਸਤੇ ਥੋੜਾ ਗਿਆਨ ਕਾਫੀ ਹੁੰਦਾ ਹੈ। ਹੁਣ ਇਸ ਤੇ ਪਹਿਲਾਂ ਕੀ ਲਿਖਿਆ? ਤੁਰਕ ਤਰੀਕਤ ਜਾਨੀਏ ਹਿੰਦੂ ਵੇਦ ਪੁਰਾਣ। ਇਹਦਾ ਮੀਨਿੰਗ ਕਰਨ ਦੀ ਲੋੜ ਨਹੀਂ ਸਾਨੂੰ ਹਲੇ, ਇਹਨੂੰ ਸਾਡਾ ਇਹ ਜਿਹੜਾ ਵਿਸ਼ਾ ਪਰ ਫਿਰ ਵੀ ਆਪਾਂ ਹੁਣ ਜ਼ਿਕਰ ਕੀਤਾ। ਚੰਗਾ ਮੁਸਲਮਾਨ ਉਹਨੂੰ ਸਮਝਿਆ ਜਾਂਦਾ ਹੈ ਜੋ ਤਰੀਕਤ ਵਿੱਚ ਲੱਗਾ ਹੋਵੇ, ਅਤੇ ਚੰਗਾ ਹਿੰਦੂ ਉਸ ਨੂੰ ਜੋ ਵੇਦਾਂ ਪੁਰਾਣਾਂ ਦੀ ਖੋਜ ਕਰਦਾ ਜਾਵੇ। ਪਰ ਕਹਿੰਦੇ ਐਡਾ ਪੰਗਾ ਲੈਣ ਦੀ ਲੋੜ ਹੀ ਕੀ ਹੈ? ਕਹਿੰਦੇ ਮਨ ਸਮਝਾਵਣ ਕਾਰਨੇ ਕਛੁਅਕ ਪੜੀ ਹੈ ਗਿਆਨ। ਕਛੁਅਕ, ਇੰਨੀ ਚੀਜ਼ ਸਮਝਣ ਦੀ ਲੋੜ ਹੈ।
आही समझ लो, इनू 10-15 दिन शब्द नू विचार लो। भई प्रापत मानुख देहुरिया, गोविंद मिलन की ए तेरी बरिया। अवर ਇਹਦੇ ਹੁਣੇ आ भी चलो मैसेज आया, स्पैलिंग भी कढ़िए, इनू भी क्लीयर कर लिए। भई प्रापत मानुख देहुरिया, ये महल्ले 5वें की बाणी है। भई प्रापत मानुख देहुरिया, गोबिंद मिलन की ए तेरी बरिया। तेनू इन्ना सोहना मनुखा शरीर मिलिया, शुक्र कर। सप दा नहीं मिल गया, किते सूर दा नहीं मिल गया, कच्छू दा नहीं मिल गया, तेन है शुक्र कर मनुख दी देह तेन मिली है। ते परमात्मा नू मिलन दा ये तेरा बेस्ट एवर चांस है। गोबिंद मिलन की ए तेरी बरिया। पर वो कछोक ज्ञान की गल करते हैं, थोड़े जे ज्ञान हासिल करके ये शब्द काफी, इसे करके इस ज्ञान नू पूर्ण ब्रह्म ज्ञान किया गया। पूर्ण ब्रह्म ज्ञान देखो कैसी तरतीब है। आसा महला पंजवा, पहला स्टैप, एक स्टैप इन्ना ही इकट्ठा करो जी, इन्ना सिर्फ एक कंप्लीट, ये भी चीज कंप्लीट होएगी। इन्ना ही अचार लेना भी कंप्लीट ज्ञान। भई प्रापत मानुख देहुरिया, गोबिंद मिलन की ए तेरी बरिया। तेनों ये सोहना सुंदर शरीर, मनुखा शरीर मिलिया। अकाल पुरख नू, परमात्मा नू मिलन दी ये तेरी वारी है। हुण करना की है तू? कहंदे अवर काज तेरा किते ना काम, ते रह इंटरनली गल हो रही है, बारी नहीं है। बारी जो मर्जी करी जाओ, सब वो व्यर्थ है। अवर काज तेरा किते ना काम। जे अकाल पुरख नू मिलन वास्ते तू को होर उद्यम करदा, मैं पहला दसदा भी सगल उद्यम मैं उद्यम भला, हर को नाम जपो जी सदा। जे तू कोई होर काम करदा नाम जपन तो सिवाए अकाल पुरख दे मिलाप वास्ते, ते वो व्यर्थ है। की कर, मिल साध संग ते भज केवल नाम। साध संगत दे जरिए, साधु दी संगत दे जरिए। हुण साधु दी संगत सानू समझना पऊगा भी ये बाहर है, जिथे जाके असीं गुरुद्वारे मत्था टेक के बह जाने, वो साध संगत है कि साध संगत कोई होर है। पहला कई बारी जिक्र किया है भी वो संगत है। संगत है वो भी बहुत उच्चा गुण है, क्योंकि संगत का गुण बहुत अधिकाई, वो भी बहुत वड्डी चीज है। लेकिन साध संगत उस तो ऊपर है। साधु दी संगत दे जरिए मिल साध संगत भज केवल नाम। साधु दी संगत दे जरिए कम की करना, कर्म की करना है, नाम दा अभ्यास करना है। नाम दा अभ्यास। एक होर आपां बाणी चों शब्द लेने हैं। गुर दीखिया जे मन बसै, नानक मस्तक भाग। धन गुरु नानक। श्लोक इत्थों क्लीयर होना। हुण साधु दी संगत, ये आपां थोड़ा थोड़ा अजे टूक मात्र गल्लां करांगे, लेकिन फिर आपां गांह जाके एक साध संगत दा विशा शुरू करांगे। जे अकाल पुरख ने चाहया, साडे वास कुछ नहीं है, जे उन्हें एक ज्ञान दिता तो जरूर ये सांझ पावांगे। साधु की मन ओट गहो। साधु अंदर है, मन ने ओट फड़नी है, शरीर ने नहीं फड़नी। क्योंकि शरीर ओट लेगा किसी देह दी। संत सन ब्रह्म ज्ञानी संत महापुरख महाराज ABCD सिंह जी, किसी DTL शहर वाले है ना, वो थोड़ा संत है, वो थोड़ा साधु है। वो तो सानू नजर आ रहा है। मन ने ओट फड़नी है। साधु की मन ओट गहो, गहो होंदा फड़ना। उकत सियाणप त्याग। गुर दीखिया
जे मन बसै नानक मस्तक भाग। हे मेरे मना, हे मेरे मना, तू सारियां सियाणपां छड्ड के साधु दी ओट लै। सारियां सियाणपां छड्ड के साधु दी ओट लै। साधु कित्थों मिलना सानू? मन ने साधु नू किद्दां फड़ना? मन ते आप नहीं सानू नजर आ रहा। मन ते एक सुरती है। उस सुरती ने, उस सोच ने, उस माइंड सैट ने साधु दी ओट किवें फड़नी है? पहली गल, बाकी जिन्नियां सियाणपां ने उहदा त्याग करो, अपना माइंड सैट चेंज करो, बाहरी चीजां वस्तां त्यागो। गुर दीख्या जेह मन बसै, जेह मन बसै। जिस मनुख दे मन विच गुरु दी दीख्या, सिक्ख्या वस जांदी है, उस दे फेर कर्म उगड़दे है मत्थे ते, उहदे मस्तक ते चंगे भाग उगड़दे है ते उहनू साधु दी ओट प्राप्त हुंदी है। बिन गुर दीख्या कैसे ज्ञान। ये गल्लां करनियां तां जरूरी ने कि आपां ज्ञान खंड दियां रमजां नू समझ सकीए। बिन गुर दीख्या कैसे ज्ञान। गुरु दी दीक्षा तो बिना, दीख्या तो बिना किवें ज्ञान प्राप्त होगा? गुरु दी दीख्या बड़ी जरूरी है, गुरु दा उपदेश बड़ा जरूरी है। आत्मक जीवन दी सोच नहीं पै सकदी बिना गुरु दीख्या दे। ताई क्या है, गुर दीख्या जे मन बसै, जे जेह मन बसै, जेड़े मन विच ओ दीख्या दा वासा हो जे, सिक्ख्या दा वासा हो जे, ओदे भाग फिर उगड़ पैंदे आ। बिन गुर दीख्या कैसे ज्ञान। गुरु दी दीख्या तो बिना केड़ा ज्ञान है? भुलेखा खावांगे, टपला खावांगे। गुरु दी दीख्या, गुरु धारण करना पैना, बैप्टाइज्ड होना पैना, खंडे बाटे दी पौल लैनी पैनी है। इसे पौल दे विच सानू शब्द मिलदा है। ਅਸੀਂ ਉੱਥੇ ਫਿਜ਼ੀਕਲੀ ਛਕਦੇ ਆ ਜਲ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਜਲ ਛਕ ਕੇ ਸਾਨੂੰ ਜਿਹੜਾ ਉਹ ਪੰਜ ਸਿੰਘ ਸ਼ਬਦ ਦਿੰਦੇ ਆ, ਕਹਿੰਦੇ ਆ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਕਹਿੰਦੇ ਆ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5 ਵਾਰੀ ਨੇਤਰਾਂ 'ਚ, 5 ਵਾਰੀ ਕੇਸਾਂ 'ਚ, 5 ਵਾਰੀ ਮੁਖ ਦੇ ਵਿੱਚ, बार-बार फतेह बुला के सानू नाम दृढ़ कराउंदे आ, पक्का करदे आ, शब्द दिंदे आ। बिन गुर दीख्या कैसे ज्ञान। इस दीख्या तो बिना, गुरु दे उपदेश तो बिना, बिना गुरु वाले बने तो ज्ञान किद्दां दा मिलूगा? किद्दां मिलूगा? आत्मक जीवन दी सोझी किवें होऊगी? इसे कड़ी च अगे कहते हैं बिन पेखे को कैसो ध्यान। पेखना, पेखना हुंदा, एक हुंदा देखना, एक हुंदा पेखना, एक हुंदा डिठना। ये तीनों लफज, तिन्ना च अंतर है। ये अंदर है, पेखना अपने अंदर है, बाहर नहीं है, बाहर देखना है। बिन पेखे कहो कैसो ध्यान। जे अपने अंदर नहीं वड़िया ते किदां दा ध्यान है, केड़ा ध्यान लगा? बिन भै कथनी सर्ब विकार।
परमात्मा दे डर तो बिना बंदा सारा कुछ वेस्ट कर बैठा। क्यों? ज्ञान लेगा, ਉਹਨੂੰ ਹੰਕਾਰ ਆ ਜਾਏਗਾ ਵੀ ਮੈਂ ਹੀ ਗਿਆਨੀ ਆ ਦੁਨੀਆ ਦਾ ਸਭ ਤੋਂ ਵਧੀਆ। ਲੈ ਵੀ ਮੈਨੂੰ ਇੰਨਾ ਗਿਆਨ ਹੋ ਗਿਆ, ਆਈ ਨੋ ਮਕੈਨੀਕਲ, ਆਈ ਨੋ ਇਲੈਕਟ੍ਰੀਕਲ, ਆਈ ਨੋ ਇਨਫੋਰਮੇਸ਼ਨ ਐਂਡ ਟੈਕਨੋਲੋਜੀ, ਆਈ ਨੋ ਕਮਿਊਨੀਕੇਸ਼ਨ। ਉਹ ਬੰਦਾ ਹੰਕਾਰੀ ਬਣ ਜਾਊਗਾ। ਬਿਨ ਭੈ ਕਥਨੀ ਸਰਬ ਵਿਕਾਰ, ਸਾਰਾ ਕੁਝ ਵੇਸਟ ਚਲਾ ਜਾਊ ਜੇ ਅਕਾਲ ਪੁਰਖ ਦਾ ਡਰ ਅਦਬ ਹਿਰਦੇ ਚ ਨਹੀਂ ਹੈ। ਕਹੋ ਨਾਨਕ, ਨਾਨਕ ਜੋਤ ਆਖਦੀ ਹੈ ਕਿ ਉਸ ਅਕਾਲ ਪੁਰਖ ਦੇ ਨਾਮ ਨੂੰ ਕਹੋ। ਪਰਮਾਤਮਾ ਦੇ ਦਰ ਤੇ ਪਹੁੰਚਾਉਣ ਵਾਲੀ ਇਹੋ ਵਿਚਾਰ ਹੈ। ਕਹੋ ਨਾਨਕ, ਪਰਮਾਤਮਾ ਦੇ ਨਾਮ ਨੂੰ ਕਹਿਣਾ ਤੇ ਇਸ ਕਹਿਣ ਦੇ ਨਾਲ ਉਸ ਦਰ ਤੇ ਪੁੱਜਣਾ। ਬਸ, ਹੋਰ ਕੋਈ ਗੱਲ ਨਹੀਂ। ਪਰਮਾਤਮਾ ਦੇ ਨਾਮ ਨੂੰ ਕਹਿ ਕੇ ਹੀ ਉਸ ਦੇ ਦਰ ਤੇ ਪੁੱਜਿਆ ਜਾ ਸਕਦਾ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਥੇ ਆਪਾਂ ਅੱਜ 2 ਖੰਡਾਂ ਦੀ ਸਮਾਪਤੀ ਕਰਦੇ ਹਾਂ। ਅਗਲੇ ਐਤਵਾਰ ਨੂੰ ਆਪਾਂ ਅਗਲੇ 2 ਖੰਡਾਂ ਦੀ ਵਿਚਾਰ ਕਰਾਂਗੇ। ਸੋ ਉਹ ਵੈਰੀ ਸੌਰੀ, ਮੈਨੂੰ ਮੈਸੇਜ ਆਇਆ ਅਜੇ 2 ਲਾਈਨਾਂ ਰਹਿੰਦੀਆਂ ਨੇ, ਖਿਮਾ ਕਰਨਾ। ਧੰਨਵਾਦ ਪਿਆਰਿਓ। ਗਿਆਨ ਖੰਡ ਕਾ ਆਖੋ ਕਰਮ, ਅਜੇ 2 ਲਾਈਨਾਂ ਰਹਿ ਗਈਆਂ। ਵੈਰੀ ਸੌਰੀ, ਵੈਰੀ ਸੌਰੀ। ਆਪਾਂ ਅਖੀਰਲੀਆਂ 2 ਲਾਈਨਾਂ ਜ਼ਿਕਰ ਕਰੀਏ। ਦੇਖੋ, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਆਪਾਂ ਇੱਥੇ ਸੀ। ਕੀਤੀਆ ਖਾਣੀ, ਕੀਤੀਆ ਬਾਣੀ, ਕੇਤੇ ਪਾਤ ਨਰਿੰਦ, ਮੇਰਾ ਖਿਆਲ ਕਰ ਲਿਆ ਸੀ। ਕੀਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਗਿਆਨ ਖੰਡ ਦੇ ਵਿੱਚ ਸੁਰਤ ਅਭਿਆਸੀ ਰੂਹਾਂ ਜਿਹੜੀਆਂ ਨੇ, ਸੁਰਤ ਮਾਰਗ ਦੇ ਪਾਂਧੀ ਸੇਵਕ ਨੇ ਜਿਹੜੇ, ਉਹ ਗਿਆਨ ਖੰਡ ਦੇ ਵਾਸੀ ਨੇ। ਪਰ ਗਿਆਨ ਖੰਡ ਦਾ ਕੋਈ ਹੱਦ ਬੰਨਾ ਨਹੀਂ ਹੈ, ਕੋਈ ਅੰਤ ਨਹੀਂ ਹੈ ਗਿਆਨ ਦਾ। ਆਹ 2 ਲਾਈਨਾਂ ਅਗਲੇ ਜਿਹੜੀਆਂ ਕਲੋਜ਼ਿੰਗ ਹੈ ਉਹਦੀ ਅਗਲੇ ਪਦੇ ਚ ਹੋ ਰਹੀ ਹੈ। ਕਹਿੰਦੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਹੁਣ ਪਿਛਲਾ ਖੰਡ ਜਿਹੜਾ ਉਹ ਕਲੋਜ਼ ਹੋ ਰਿਹਾ, ਕਹਿੰਦੇ ਗਿਆਨ ਖੰਡ ਵਿੱਚ ਸੂਰਜ ਵਰਗਾ ਪ੍ਰਤਾਪ ਹੈ। ਵਾਹ ਮੇਰੇ ਸਤਿਗੁਰ ਵਾਹ। ਗਿਆਨ ਖੰਡ ਦੇ ਵਿੱਚ ਸੂਰਜ ਵਰਗਾ ਪ੍ਰਤਾਪ ਹੈ। ਤਿੱਥੈ ਨਾਦ ਵਿਨੋਦ ਕੋਡ ਆਨੰਦ, ਉੱਥੇ ਅਨਹਦ ਸ਼ਬਦ ਵਿਸਮਾਦ ਕੋਡ ਕ੍ਰਿਸ਼ਮੇ ਤੇ ਖੇੜਾ ਹੀ ਖੇੜਾ ਹੈ। ਇਹ ਗਿਆਨ ਖੰਡ, ਜਿਨੇ ਗਿਆਨ ਨੂੰ, ਇੱਕ ਚੀਜ਼, ਜਿਨੇ ਗਿਆਨ ਨੂੰ ਇਸ ਤਰ੍ਹਾਂ ਲਿਆ ਬਬੀਹਾ ਬਣ ਕੇ। ਬਬੀਹਾ ਕੀ ਕਰਦਾ? ਬਬੀਹੇ ਦੇ ਗਲੇ ਵਿੱਚ ਮੋਰੀ ਹੁੰਦੀ, ਉਹ ਜਿੰਨਾ ਪਾਣੀ ਪੀਂਦਾ ਹੈ ਉਹ ਸਾਰਾ ਉਸ ਗਲੇ ਦੀ ਮੋਰੀ ਚੋਂ ਬਾਹਰ ਆ ਜਾਂਦਾ, ਉਹ ਫਿਰ ਪਿਆਸਾ ਰਹਿ ਜਾਂਦਾ। ਲੇਕਿਨ ਬਰਸਾਤ ਦੀ ਰੁੱਤੇ, ਸੌਣ ਦੀ ਰੁੱਤੇ, ਉਹ ਜਦੋਂ ਉੱਪਰ ਮੂੰਹ ਕਰਕੇ ਕੂਕਦਾ ਹੈ, ਉਹ ਬੂੰਦ ਬੱਦਲਾਂ ਚੋਂ ਸਿੱਧੀ ਉਸ ਗਲੇ ਦੀ ਮੋਰੀ ਚ ਪੈਂਦੀ ਹੈ ਤੇ ਬਬੀਹਾ ਤ੍ਰਿਭਕ ਜਾਂਦਾ, ਉਹਦੀ ਸਾਰੀ ਪਿਆਸ ਖਤਮ ਹੋ ਜਾਂਦੀ ਹੈ।
पर ਇਹੋ ਬੂੰਦ ਜੇ ਕਿਤੇ ਗਿੱਦੜ ਦੇ ਮੂੰਹ 'ਚ ਪੈ ਜੇ, ਗਿੱਦੜ ਨੂੰ ਹਲਕਾ ਹੋ ਜਾਂਦਾ। ਮੈਂ ਗਿਆਨ ਦੀ ਗੱਲ ਕਰਦਾ ਬਈ, ਬਿਨ ਗੁਰ ਦੀਖਿਆ ਕੈਸੇ ਗਿਆਨ, ਗਿਆਨ ਜਿੰਨਾ ਮਰਜ਼ੀ ਇਕੱਠਾ ਕਰ ਲੋ, ਅਕਾਲ ਪੁਰਖ ਦੀ ਭਜਨ ਬੰਦਗੀ ਤੋਂ ਬਿਨਾ, ਭੈ ਤੋਂ ਬਿਨਾ, ਭਉ ਤੋਂ ਬਿਨਾ ਉਹ ਵਿਅਰਥ ਚਲਾ ਜਾਏਗਾ, ਵਿਅਰਥ ਚਲਾ ਜਾਏਗਾ। ਅਸੀਂ ਹੁਣੇ ਸ਼ਬਦ ਲੈ ਕੇ ਹਟੇ ਹਾਂ, ਬਿਨ ਭੈ ਕਥਨੀ ਸਰਬ ਵਿਕਾਰ। Without the fear of God, all knowledge is useless. ਜੇ ਉੱਤੇ ਅਮਲ ਹੀ ਨਹੀਂ ਕਰਨਾ, ਜੇ ਭੈ ਹੀ ਨਹੀਂ ਰੱਖਣਾ ਉਹਦਾ, ਯੂਜ਼ਲੈਸ ਹੀ ਹੈ। ਕਹੋ ਨਾਨਕ, ਨਾਨਕ ਜੋਤ ਆਖਦੀ ਹੈ ਅਕਾਲ ਪੁਰਖ ਦੇ ਦਰ ਦੇ ਸ਼ਬਦ ਨੂੰ ਕਹਿਣਾ, ਨਾਮ ਨੂੰ ਕਹਿਣਾ ਹੀ ਉਸ ਦਰ ਤੇ ਪਹੁੰਚਣ ਵਾਲੀ ਸੱਚੀ ਸੁੱਚੀ ਵਿਚਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।